ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਵੀਰ ਭੈਣਾਂ ਨੂੰ ਸਵਾਗਤ ਹੈ ਜੀ ਤੁਹਾਡਾ ਆਨਲਾਈਨ ਗੁਰਮਤਿ ਕਲਾਸ ਵਿੱਚ। ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੈ ਕਿ ਅਸੀਂ ਕੁਝ ਦਿਨ ਤੋਂ ਗੌੜੀ ਕੀ ਵਾਰ ਦੀ ਵਿਚਾਰ ਪਰਸਪਰ ਸਾਂਝੀ ਕਰ ਰਹੇ ਹਾਂ। ਕੱਲ ਤੱਕ ਅਸੀਂ 15 ਪੌੜੀਆਂ ਦੀ ਵਿਚਾਰ ਸਾਂਝੀ ਕਰ ਚੁੱਕੇ ਹਾਂ। ਅੱਜ ਅਸੀਂ 16ਵੀਂ ਪੌੜੀ ਦੀ ਵਿਚਾਰ ਸਾਂਝੀ ਕਰਾਂਗੇ ਤੇ ਇਸ ਪਾਵਨ ਪੌੜੀ ਦੇ ਨਾਲ ਜੋ ਪਹਿਲਾ ਸ਼ਲੋਕ ਹੈ ਸਾਹਿਬ ਸ੍ਰੀ ਗੁਰੂ ਅਰਜਨ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਪਾਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 321 ਤੇ ਅੰਕਿਤ ਹੈ। ਪਾਰ ਬ੍ਰਹਮ ਫਰਮਾਇਆ ਮੀਂਹ ਉੱਠਾ ਸਹਿਜ ਸੁਭਾਏ, ਅੰਨ ਧਨ ਬਹੁਤ ਉਪਜਿਆ, ਪ੍ਰਿਥਵੀ ਰੱਜੀ ਤਿਪਤ ਅਘਾਏ। ਜਿਵੇਂ ਬਰਸਾਤ ਪੈਂਦੀ ਹੈ ਤੇ ਬਰਸਾਤ ਪੈਣ ਦੇ ਨਾਲ ਚਾਰ ਚੁਫੇਰੇ ਹਰਿਆਵਲ ਛਾ ਜਾਂਦੀ ਹੈ ਔਰ ਬਰਸਾਤ ਪੈਣ ਦੇ ਨਾਲ ਧਰਤੀ ਤੇ ਵਨਸਪਤੀ ਉਗਦੀ ਹੈ ਔਰ ਕਿਸਾਨ ਆਪਣੀਆਂ ਫਸਲਾਂ ਬੀਜਦੇ ਨੇ, ਅੰਨ ਆਦਿਕ ਉਗਦਾ ਹੈ ਔਰ ਉਹਨਾਂ ਦੇ ਘਰ ਦੇ ਵਿੱਚ ਧਨ ਆਉਂਦਾ ਹੈ ਤੇ ਬਰਸਾਤ ਪੈਣ ਦੇ ਨਾਲ ਚਾਰ ਚੁਫੇਰੇ ਹਰਿਆਵਲ ਹੁੰਦੀ ਹੈ ਔਰ ਸੁਖਮਈ ਸ਼ਾਂਤਮਈ ਸੁਹਾਵਣਾ ਜਿਹਾ ਇੱਕ ਮੌਸਮ ਬਣਦਾ ਹੈ। ਹੁਣ ਇੱਥੇ ਗੱਲ ਹੋ ਰਹੀ ਹੈ ਪ੍ਰਭੂ ਦੀ ਰਹਿਮਤ ਜਦੋਂ ਕਿਸੇ ਭਾਗਾਂ ਵਾਲੇ ਦੇ ਹਿਰਦੇ ਤੇ ਵਰਸਦੀ ਹੈ। ਪਾਰ ਬ੍ਰਹਮ ਫਰਮਾਇਆ, ਪਾਰ ਬ੍ਰਹਮ ਦਾ ਮਤਲਬ ਪ੍ਰਭੂ ਨੇ। ਮੀਂਹ ਵੁੱਠਾ, ਮੀਂਹ ਦਾ ਮਤਲਬ ਬਰਸਾਤ, ਮੀਂਹ। ਵੁੱਠਾ ਦਾ ਮਤਲਬ ਵਸਿਆ। ਸਹਿਜ ਸੁਭਾਏ ਦਾ ਮਤਲਬ ਨਿਰਯਤਨ। ਤਾਂ ਗੁਰੂ ਜੀ ਕਹਿੰਦੇ ਨੇ ਜਦੋਂ ਪ੍ਰਭੂ ਦਾ ਹੁਕਮ ਹੋਇਆ ਤਾਂ ਹਿਰਦੇ ਦੇ ਅੰਦਰ ਵਰਖਾ ਹੋਈ, ਯਾਨੀ ਗੁਰੂ ਦਾ ਗਿਆਨ ਹਿਰਦੇ ਵਿੱਚ ਵਸਿਆ। ਜਦੋਂ ਬੰਦਾ ਰੱਬ ਦੀ ਰਜ਼ਾ ਵਿੱਚ ਤੁਰਿਆ, ਪਾਰ ਬ੍ਰਹਮ ਫਰਮਾਇਆ, ਫਰਮਾਨ ਦਾ ਮਤਲਬ ਹੁਕਮ। ਭਾਵਰਥ ਪੰਕਤੀ ਦਾ ਹੋਏਗਾ ਕਿ ਜਦੋਂ ਮਨੁੱਖ ਰੱਬੀ ਰਜ਼ਾ ਦੇ ਅੰਦਰ ਤੁਰਦਾ ਹੈ ਤਾਂ ਫਿਰ ਇਹਦੇ ਅੰਦਰ ਕਿਰਪਾ ਦੀ ਮਾਨੋ ਇੱਕ ਬਰਸਾਤ ਹੁੰਦੀ ਹੈ, ਇਹਦੇ ਅੰਦਰ ਸ਼ੁਭ ਗੁਣਾਂ ਦੀ ਬਰਸਾਤ ਹੁੰਦੀ ਹੈ। ਅੰਨ ਧਨ ਬਹੁਤ ਉਪਜਿਆ, ਪ੍ਰਿਥਵੀ ਰੱਜੀ ਤਿਪਤ ਅਘਾਏ। ਤੇ ਜਿਵੇਂ ਬਰਸਾਤ ਹੋਣ ਦੇ ਨਾਲ ਧਰਤੀ ਦੀ ਤਪਸ਼ ਮਿਟਦੀ ਹੈ, ਅੰਨ ਉਗਦਾ ਹੈ, ਕਿਸਾਨ ਦੇ ਘਰ ਵਿੱਚ ਧਨ ਆਉਂਦਾ ਹੈ ਔਰ ਪ੍ਰਿਥਵੀ ਦੀ ਤਪਸ਼ ਮਿਟ ਜਾਂਦੀ ਹੈ। ਇਸੇ ਤਰ੍ਹਾਂ ਜਿਸ ਹਿਰਦੇ ਦੇ ਅੰਦਰ ਪ੍ਰਭੂ ਦੇ ਨਾਮ ਦੀ ਭਾਵ ਹੁਕਮ ਦੀ ਵਰਸ਼ਾ ਹੋਈ, ਜੋ ਪ੍ਰਭੂ ਦੇ ਰਹਿਮਤ ਦਾ ਪਾਤਰ ਬਣਿਆ, ਉਹਦੇ ਅੰਦਰ ਸਿਫਤ ਸਲਾਹ ਦਾ ਬਹੁਤ ਅੰਨ ਧਨ ਪੈਦਾ ਹੁੰਦਾ ਹੈ। ਉਹ ਅੰਨ ਧਨ ਦਾ ਫਸਲ ਕਿਹੜੀ ਜਿਹੜੀ ਪੈਦਾ ਹੋ ਰਹੀ ਹੈ? ਸਿਫਤ ਸਲਾਹ ਦੀ, ਸ਼ੁਭ ਗੁਣਾਂ ਦੀ, ਸਤ, ਸੰਤੋਖ, ਦਇਆ, ਧਰਮ, ਧੀਰਜ, ਗਿਆਨ, ਵਿਰਾਗ, ਨਿਮਾਨਤਾ, ਸੇਵਾ, ਸਿਮਰਨ, ਪ੍ਰੇਮ, ਕੁਰਬਾਨੀ ਆਦਿਕ ਦੇ ਸ਼ੁਭ ਜਜ਼ਬਿਆਂ ਦੀ ਫਸਲ ਪੈਦਾ ਹੋਈ, ਅੰਨ ਧਨ ਪੈਦਾ ਹੋਇਆ। ਪ੍ਰਿਥਵੀ ਰੱਜੀ ਤਿਪਤ ਅਘਾਏ। ਪ੍ਰਿਥਵੀ ਦਾ ਮਤਲਬ ਹਿਰਦਾ। ਜਿਹੜੀ ਪ੍ਰਿਥਵੀ ਸੀ, ਹਿਰਦਾ ਰੂਪ ਧਰਤੀ ਸੀ, ਉਹ ਰੱਜ ਗਈ ਔਰ ਤ੍ਰਿਪਤ ਹੋ ਗਈ। ਭਾਵ ਕਿ ਉਹਦਾ ਜਿਹੜਾ ਹਿਰਦਾ ਹੈ ਉਹ ਬਿਲਕੁਲ ਸੰਤੋਖ ਵਾਲਾ ਹੋ ਗਿਆ, ਉਹਦੇ ਜੀਵਨ ਦੇ ਅੰਦਰ ਖੁਸ਼ੀਆਂ ਆ ਗਈਆਂ ਔਰ ਜੋ ਅੰਦਰ ਤਪਸ਼ ਸੀ ਵਿਕਾਰਾਂ ਦੀ ਉਹ ਮਿਟ ਗਈ। ਤਾਂ ਦੋਵਾਂ ਪੰਕਤੀਆਂ ਦਾ ਪੂਰੇ ਸ਼ਲੋਕ ਦਾ ਭਾਵ ਇਹ ਹੋਏਗਾ ਕਿ ਜਦੋਂ ਮਨੁੱਖ ਰੱਬੀ ਰਜ਼ਾ ਦੇ ਅੰਦਰ ਜ਼ਿੰਦਗੀ ਗੁਜ਼ਾਰਦਾ ਹੈ, ਰੱਬ ਦੀ ਰਹਿਮਤ ਹੁੰਦੀ ਹੈ, ਤਾਂ ਉਹਦੇ ਅੰਦਰ ਸ਼ੁਭ ਗੁਣਾਂ ਦੀ ਫਸਲ ਪੈਦਾ ਹੁੰਦੀ ਹੈ, ਸਤ ਸੰਤੋਖ ਆਦਿਕ ਦੀ। ਉਸ ਦੇ ਅੰਦਰੋਂ ਵਿਕਾਰਾਂ ਦੀ ਤਪਸ਼ ਬੁੱਝ ਜਾਂਦੀ ਹੈ ਔਰ ਮਨੁੱਖ ਪੂਰਨ ਤੌਰ ਤੇ ਤ੍ਰਿਪਤ ਔਰ ਸ਼ਾਂਤ ਹੋ ਜਾਂਦਾ ਹੈ। ਇਸ ਲਈ ਜੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਹਿਰਦੇ ਦੇ ਅੰਦਰੋਂ ਵਿਕਾਰਾਂ ਦੀ, ਚਿੰਤਾਵਾਂ ਦੀ ਤਪਸ਼ ਮਿਟੇ, ਤਾਂ ਸਾਨੂੰ ਰੱਬੀ ਰਜ਼ਾ ਦੇ ਅੰਦਰ ਤੁਰਨਾ ਚਾਹੀਦਾ ਹੈ। ਪਰ ਰੱਬੀ ਰਜ਼ਾ ਵਿੱਚ ਤੁਰਨ ਦੇ ਨਾਲ ਵਿਕਾਰਾਂ ਦੀ ਤਪਸ਼ ਮਿਟੇਗੀ ਔਰ ਸ਼ੁਭ ਗੁਣਾਂ ਦੀ ਫਸਲ ਪੈਦਾ ਹੋਏਗੀ। ਸਾਡੇ ਜੀਵਨ ਅੰਦਰ ਆਨੰਦ, ਮੰਗਲ, ਸ਼ਾਂਤੀ ਆਏਗੀ। ਤੇ ਐਸਾ ਮਨੁੱਖ ਜਿਸ ਦੇ ਹਿਰਦੇ ਦੇ ਅੰਦਰ ਸ਼ੁਭ ਗੁਣਾਂ ਦੀ ਫਸਲ ਉਗਦੀ ਹੈ, ਸ਼ੁਭ ਗੁਣ ਪੈਦਾ ਹੁੰਦੇ ਨੇ, ਜਿਸ ਦਾ ਹਿਰਦਾ ਸ਼ਾਂਤ ਹੋ ਜਾਂਦਾ ਹੈ, ਉਹਦੀ ਬਾਹਰਲੀ ਨਿਸ਼ਾਨੀ ਕੀ ਹੈ? ਉਹਦੀ ਨਿਸ਼ਾਨੀ ਕੀ ਹੈ? ਸਦਾ ਸਦਾ ਗੁਣ ਉਚਰੈ। ਉਸ ਮਨੁੱਖ ਦੀ ਨਿਸ਼ਾਨੀ ਇਹ ਹੈ ਕਿ ਉਹ ਹਮੇਸ਼ਾ ਗੁਣਾਂ ਦਾ ਉਚਾਰਨ ਕਰਦਾ ਹੈ। ਉਹਦੀ ਜ਼ਬਾਨ ਤੋਂ ਕੋਈ ਔਗਣਾ ਵਾਲੀ ਗੱਲ ਨਹੀਂ ਨਿਕਲਦੀ, ਉਹਦੀ ਜ਼ਬਾਨ ਦੇ ਵਿੱਚੋਂ ਕੋਈ
ਪਾਪਾਂ ਵਿਕਾਰਾਂ ਵਾਲੇ ਬੋਲ ਨਹੀਂ ਨਿਕਲਦੇ। ਦੁੱਖ ਦਾਲਤ ਗਿਆ ਬਿਲਾਏ, ਦਾਲਤ ਦਾ ਮਤਲਬ ਦਲਿੱਦਰ, ਬਿਲਾਏ ਦਾ ਮਤਲਬ ਦੂਰ ਹੋ ਗਿਆ। ਤਾਂ ਐਸੇ ਮਨੁੱਖ ਦੇ ਫਿਰ ਦੁੱਖ ਦਰਿੱਦਰ ਜਿਹੜੇ ਨੇ ਉਹ ਦੂਰ ਹੋ ਜਾਂਦੇ, ਕਿਉਂਕਿ ਉਹ ਹਮੇਸ਼ਾ ਗੁਣਾਂ ਦੀ ਗੱਲ ਕਰਦਾ ਹੈ। ਇਹ ਉਸ ਮਨੁੱਖ ਦੀ ਨਿਸ਼ਾਨੀ ਹੋਏਗੀ। ਸਾਨੂੰ ਇਥੋਂ ਜੀਵਨ ਵਾਸਤੇ ਜੋ ਦਾਤ ਮਿਲ ਰਹੀ ਹੈ ਕਿ ਜੇ ਅਸੀਂ ਗੁਣਾਂ ਦਾ ਉਚਾਰਨ ਕਰੀਏ ਮਨ, ਬਚਨ ਔਰ ਕਰਮ ਕਰਕੇ, ਤਾਂ ਸਾਡੇ ਵੀ ਦੁੱਖ ਔਰ ਦਰਿੱਦਰ ਜਿਹੜੇ ਨੇ ਉਹ ਦੂਰ ਹੋ ਸਕਦੇ ਨੇ। ਦਰਿੱਦਰ ਮਤਲਬ ਆਲਸ। ਹੁਣ ਬੰਦੇ ਦੀ ਜ਼ਿੰਦਗੀ ਵਿੱਚ ਆਲਸ ਹੈ ਨਾ, ਕੰਮ ਕਰਨ ਤੇ ਜੀ ਨਹੀਂ ਕਰਦਾ, ਜੀ ਨਹੀਂ ਚਾਹੁੰਦਾ ਕਿ ਮੈਂ ਕੰਮ ਕਰਾਂ, ਥੋੜੀ ਦੇਰ ਹੋਰ ਬਹਿ ਜਾਵਾਂ, ਕੱਲ ਨੂੰ ਕਰ ਲਾਂਗੇ, ਸੱਚ ਬੋਲ ਕੇ ਕੀ ਕਰਨਾ ਹੈ, ਜਾਂ ਕਈ ਕੁਛ ਐਸਾ। ਪਰ ਜੇ ਅਸੀਂ ਸ਼ੁਭ ਗੁਣਾਂ ਦੇ ਨਾਲ ਜੁੜ ਜਾਵੀ ਤਾਂ ਸਾਡਾ ਦਰਿੱਦਰ ਜਿਹੜਾ ਹੈ ਆਲਸ ਵੀ ਚਲਾ ਜਾਏਗਾ, ਔਰ ਜਿਹੜੇ ਸਾਡੇ ਆਲਸ ਕਰਕੇ, ਵਿਕਾਰਾਂ ਕਰਕੇ ਦੁੱਖ ਨੇ ਉਹ ਵੀ ਖਤਮ ਹੋ ਜਾਣੇ। ਪੂਰਬ ਲਿਖਿਆ ਪਾਇਆ, ਮਿਲਿਆ ਤਿਸੈ ਰਜ਼ਾਏ। ਰਜ਼ਾਏ ਦਾ ਮਤਲਬ ਰਜਾ ਅਨੁਸਾਰ, ਮਿਲਿਆ ਦਾ ਮਤਲਬ ਆ ਮਿਲਦਾ ਹੈ। ਪਰ ਇਹ ਜੋ ਗੁਣ ਨੇ ਜਾਂ ਇਹ ਜੋ ਬਰਸਾਤ ਹੋ ਰਹੀ ਹੈ ਸ਼ੁਭ ਗੁਣਾਂ ਦੀ, ਜਿਸ ਦੀ ਪਿਛਲੀਆਂ ਪੰਕਤੀਆਂ ਵਿੱਚ ਵਿਚਾਰ ਕੀਤੀ ਗਈ ਹੈ, ਇਹ ਮਿਲਦਾ ਕਿਹਨੂੰ ਹੈ? ਪੂਰਬ ਲਿਖਿਆ ਪਾਇਆ, ਜਿਸ ਨੇ ਪੂਰਬ ਦੇ ਅੰਦਰ ਲੇਖ ਲਿਖੇ ਨੇ। ਪੂਰਬ ਦਾ ਮਤਲਬ ਬੀਤ ਗਿਆ ਜੋ ਸਮਾਂ ਹੈ। ਤੇ ਇਹਨਾਂ ਲੇਖਾਂ ਬਾਰੇ ਅਸੀਂ ਰੋਜ਼ ਵਿਚਾਰ ਕਰੀਬ ਕਰੀਬ ਕਰ ਰਹੇ ਹਾਂ, ਔਰ ਕਰਨੀ ਬਣਦੀ ਹੈ, ਕਿਉਂਕਿ ਹਰ ਪੰਕਤੀ ਵਿੱਚ ਜਦੋਂ ਵੀ ਕੋਈ ਐਸੀ ਵਿਚਾਰ ਆਏਗੀ ਤਾਂ ਉਹਦੇ ਬਾਰੇ ਵਿਚਾਰ ਸਾਂਝੀ ਕਰਨੀ ਬਣਦੀ ਹੈ, ਜਿਸ ਕਰਕੇ ਗੱਲਾਂ ਸਾਡੇ ਜੀਵਨ ਵਿੱਚ ਪੱਕੀਆਂ ਹੋ ਜਾਣ। ਗੁਰੂ ਸਾਹਿਬ ਜੀ ਨੇ ਵੀ ਬਾਰ-ਬਾਰ ਦੁਹਰਾਈਆਂ ਨੇ। ਹੁਣ ਲੇਖ ਅਸੀਂ ਰੋਜ਼ ਆਪਣੇ ਅੰਦਰ ਆਪ ਲਿਖ ਰਹੇ ਹਾਂ। ਜੋ ਕੁਛ ਅਸੀਂ ਸੋਚਦੇ ਹਾਂ ਉਹ ਸਾਡੇ ਅੰਦਰ ਉਕਰਿਆ ਜਾਂਦਾ ਹੈ, ਵੈਸਾ ਹੀ ਸਾਡਾ ਸੁਭਾਅ ਬਣ ਜਾਂਦਾ ਹੈ। ਹੁਣ ਤੁਸੀਂ ਕੀ ਸੋਚਦੇ ਹੋ, ਕੀ ਕਰਨਾ ਚਾਹੁੰਦੇ ਹੋ, ਇਹਦੇ ਤੇ ਡਿਪੈਂਡ ਕਰੇਗਾ। ਜੇ ਕੋਈ ਬੰਦਾ ਹਰ ਵਕਤ ਆਪਣੇ ਅੰਦਰ ਈਗੋ ਵਾਲੇ ਵਿਚਾਰ ਹੀ ਰੱਖਦਾ ਹੈ ਕਿ ਮੈਂ ਹੀ ਵੱਡਾ ਹਾਂ, ਮੇਰਾ ਹੀ ਹੁਕਮ ਚੱਲੇ, ਤਾਂ ਉਹਦਾ ਹੌਲੇ-ਹੌਲੇ ਸੁਭਾਅ ਐਵੇਂ ਦਾ ਬਣਦਾ ਜਾਏਗਾ, ਕਿਉਂਕਿ ਉਹ ਰੋਜ਼ ਉਹਨਾਂ ਚੀਜ਼ਾਂ ਨੂੰ ਰਿਪੀਟ ਕਰ ਰਿਹਾ ਹੈ, ਦੁਹਰਾ ਰਿਹਾ ਹੈ। ਜਿਹੜਾ ਬੰਦਾ ਕਿਸੇ ਦੇ ਨਾਲ ਜੈਲਸੀ ਰੱਖਦਾ ਹੈ ਕਿ ਫਲਾਂ ਬੰਦੇ ਨੇ ਮੇਰੇ ਨਾਲ ਇਹ ਕੀਤਾ, ਉਹ ਕੀਤਾ, ਮੈਂ ਉਹਦਾ ਨੁਕਸਾਨ ਕਰਨਾ ਹੈ, ਮੈਂ ਵੀ ਉਹਨੂੰ ਮਜ਼ਾ ਚ ਖਾਣਾ ਹੈ, ਜਿਹੜੇ ਐਵੇਂ ਦੀਆਂ ਗੱਲਾਂ ਕਰਦੇ ਨੇ, ਹਰ ਵਕਤ ਸੋਚਦੇ ਨੇ, ਉਹਨਾਂ ਦੇ ਅੰਦਰ ਇਹ ਸੁਭਾਅ ਪੱਕਾ ਹੋਈ ਜਾਂਦਾ। ਲੱਭ ਲੋਭ ਵਾਲਿਆਂ ਦੇ ਅੰਦਰ ਲੱਭ ਲੋਭ ਵਾਲਾ ਸੁਭਾਅ ਪੱਕਾ ਹੋਈ ਜਾਂਦਾ। ਤੇ ਜਿਹੜੇ ਲੋਕ ਚੰਗਾ ਸੋਚਦੇ ਨੇ, ਪੋਜ਼ਿਟਿਵ ਸੋਚਦੇ ਨੇ, ਉਹਨਾਂ ਦੇ ਅੰਦਰ ਪੋਜ਼ਿਟਿਵਿਟੀ ਪੈਦਾ ਹੋਈ ਜਾਂਦੀ ਹੈ। ਉਹ ਲੇਖ ਲਿਖੀ ਜਾਂਦੇ ਨੇ, ਉਹਨਾਂ ਦੇ ਅੰਦਰ ਨਿਊਰੋਨਲ ਪੈਟਰਨ ਬਣੀ ਜਾਂਦਾ ਹੈ, ਉਹਨਾਂ ਦਾ ਸੁਭਾਅ ਬਣੀ ਜਾਂਦਾ ਹੈ। ਤਾਂ ਜਿਨ੍ਹਾਂ ਨੇ ਬੀਤ ਗਏ ਸਮੇਂ ਦੇ ਅੰਦਰ ਰੱਬੀ ਗੁਣਾਂ ਦੀ ਸਾਂਝ ਪਾਈ ਹੈ, ਉਹਨਾਂ ਦੇ ਅੰਦਰ ਉਹ ਸੰਸਕਾਰ ਪੈਦਾ ਹੋਈ ਜਾਂਦੇ ਨੇ, ਉਹਨਾਂ ਦੇ ਅੰਦਰ ਗੁਣ ਪੈਦਾ ਹੋਈ ਜਾਂਦੇ ਨੇ। ਤੇ ਆਖਿਰ ਇਸ ਰਜ਼ਾ ਦੇ ਅੰਦਰ ਰਜ਼ਾ ਦਾ ਮਾਲਕ ਪ੍ਰਭੂ ਆਪ ਆਣ ਕੇ ਉਹਨੂੰ ਮਿਲ ਜਾਂਦਾ ਹੈ, ਆਪਣੀ ਰਜ਼ਾ ਅਨੁਸਾਰ, ਆਪਣੇ ਭਾਣੇ ਅਨੁਸਾਰ। ਹੁਣ ਰਜ਼ਾ, ਭਾਣਾ, ਲੇਖ ਦਾ ਮਤਲਬ ਸਿਸਟਮ। ਤਾਂ ਇਹ ਰੱਬ ਦੀ ਰਜ਼ਾ ਹੈ, ਇਹ ਭਾਣਾ ਹੈ, ਇਹ ਸਿਸਟਮ ਹੈ ਕਿ ਜੋ ਵੀ ਗੁਣਾਂ ਦੀ ਗੱਲ ਕਰੇਗਾ, ਗੁਣਾਂ ਬਾਰੇ ਬੋਲੇਗਾ, ਗੁਣਾਂ ਬਾਰੇ ਸੋਚੇਗਾ, ਗੁਣਾਂ ਬਾਰੇ ਬਿਹੇਵੀਅਰ ਕਰੇਗਾ, ਉਹਨੂੰ ਰੱਬ ਆਪ ਆਣ ਕੇ ਮਿਲ ਜਾਏਗਾ। ਕਿੰਨਾ ਸੌਖਾ ਸਾਧਨ ਹੈ ਨਾ। ਹੁਣ ਇਹ ਸਾਡੇ ਤੇ ਡਿਪੈਂਡ ਕਰਦਾ ਹੈ ਕਿ ਅਸੀਂ ਮਿਲਣਾ ਕਿਹਨੂੰ ਚਾਹੁੰਦੇ ਹਾਂ, ਰੱਬ ਨੂੰ ਜਾਂ ਕਿਸੇ ਰਾਖਸ਼ ਨੂੰ। ਅਸੀਂ ਆਪਣੇ ਅੰਦਰੋਂ ਪੈਦਾ ਕੀ ਕਰਨਾ ਚਾਹੁੰਦੇ ਹਾਂ, ਰੱਬ ਜਾਂ ਦੈਂਤ, ਇਨਸਾਨੀਅਤ ਜਾਂ ਹੈਵਾਨੀਅਤ। ਤਾਂ ਸਾਨੂੰ ਉਹ ਬੀਜ ਬੀਜਣੇ ਚਾਹੀਦੇ ਨੇ, ਸਾਨੂੰ ਆਪਣੇ ਅੰਦਰ ਉਹ ਸੰਸਕਾਰ ਪੈਦਾ ਕਰਨੇ ਚਾਹੀਦੇ ਨੇ, ਸਾਨੂੰ ਆਪਣੀ ਉਸ ਟਾਈਪ ਦੀ ਸੋਚ ਬਣਾਉਣੀ ਚਾਹੀਦੀ ਹੈ। ਰੱਬੀ ਰਜ਼ਾ ਦੇ ਅੰਦਰ ਉਹਨੂੰ ਫਿਰ ਪ੍ਰਭੂ ਆਪ ਆਣ ਕੇ ਮਿਲ ਜਾਂਦਾ। ਪਰਮੇਸ਼ਰ ਜੀ ਵਾਲਿਆ, ਪਰਮੇਸ਼ਰ ਨੇ ਜੀਵਾਲਿਆ ਦਾ ਮਤਲਬ ਜੀਵਾਲ ਦਿੱਤਾ, ਆਤਮਿਕ ਜੀਵਨ ਦੇ ਦਿੱਤਾ। ਜੋ ਰੱਬੀ ਗੁਣਾਂ ਦੀ ਗੱਲ ਕਰਦਾ ਹੈ, ਜੋ ਰੱਬੀ ਗੁਣਾਂ ਦਾ ਧਾਰਨੀ ਹੈ, ਜੋ ਰੱਬੀ ਰਜ਼ਾ ਦੇ ਵਿੱਚ ਤੁਰਦਾ ਹੈ, ਉਸ ਆਤਮਿਕ ਮੌਤੇ ਹੋਏ, ਮਰੇ ਹੋਏ ਇਨਸਾਨ ਨੂੰ ਵੀ ਰੱਬ ਆਤਮਿਕ ਜੀਵਨ ਬਖਸ਼ ਦਿੰਦਾ ਹੈ। ਦੇਖੋ, ਆਤਮਿਕ ਜੀਵਨ, ਇਨਸਾਨੀਅਤ ਵਾਲੀ ਜ਼ਿੰਦਗੀ, ਧਰਮੀ ਜਿਹੜਾ ਜੀਵਨ ਹੈ, ਉਹ ਸਾਨੂੰ ਰੱਬ ਫਿਰ ਬਖਸ਼ਦਾ ਹੈ। ਹੁਕਮ ਦੇ ਅੰਦਰ ਉਹ ਜੀਵਨ ਮਿਲ ਜਾਂਦਾ ਹੈ। ਐਸਾ ਇਨਸਾਨ ਆਤਮਿਕ ਜ਼ਿੰਦਗੀ ਜੀਂਦਾ ਹੈ, ਆਤਮਿਕ ਆਨੰਦ ਮਾਣਦਾ ਹੈ, ਔਰ ਅਸਲੀ ਜ਼ਿੰਦਗੀ ਜੀ ਹੀ ਉਹ ਰਿਹਾ ਹੈ ਜੋ ਗੁਣਾਂ ਵਾਲੀ ਜ਼ਿੰਦਗੀ ਜੀ ਰਿਹਾ, ਜੋ ਰੱਬੀ ਰਜ਼ਾ ਵਾਲੀ ਜ਼ਿੰਦਗੀ ਜੀ ਰਿਹਾ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ
ਅਵਰ ਨਾ ਜੀਵੈ ਕੋਏ, ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੀਤਾ ਖਿਚ ਖਾਏ। ਅਸਲ ਦੇ ਅੰਦਰ ਇਨਸਾਨੀਅਤ ਵਾਲੀ ਜ਼ਿੰਦਗੀ ਜੀ ਹੀ ਹੋ ਰਿਹਾ ਹੈ, ਜੀਵਨ ਸਫਲਾ ਹੀ ਉਹਦਾ ਹੈ, ਜੀਵਨ ਜੀਣਾ ਮੁਬਾਰਕ ਹੀ ਉਸਦਾ ਹੈ ਜੋ ਰੱਬੀ ਗੁਣਾ ਵਾਲੀ ਜ਼ਿੰਦਗੀ ਜੀ ਰਿਹਾ। ਤਾਂ ਗੁਰੂ ਪਾਤਸ਼ਾਹ ਜੀ ਕਹਿ ਰਹੇ ਨੇ, ਪ੍ਰਭੂ ਐਸੇ ਮਨੁੱਖ ਨੂੰ ਆਤਮਿਕ ਜੀਵਨ ਬਖਸ਼ਦਾ ਹੈ, ਨਾਨਕ ਤਿਸੈ ਧਿਆਏ। ਇਸ ਲਈ ਗੁਰਦੇਵ ਪਾਤਸ਼ਾਹ ਕਹਿੰਦੇ ਨੇ, ਹੇ ਨਾਨਕ ਤੂੰ ਵੀ ਉਸ ਪ੍ਰਭੂ ਨੂੰ ਸਿਮਰ, ਤੂੰ ਵੀ ਉਹਨੂੰ ਯਾਦ ਰੱਖ, ਉਹਨੂੰ ਆਪਣੇ ਧਿਆਨ ਵਿੱਚ ਵਸਾ, ਉਹਦੇ ਗੁਣਾਂ ਨੂੰ ਆਪਣੇ ਧਿਆਨ ਵਿੱਚ ਵਸਾ, ਕਿਉਂਕਿ ਜੋ ਵੀ ਗੁਣਾਂ ਨੂੰ ਧਿਆਨ ਵਿੱਚ ਵਸਾਉਂਦਾ ਹੈ, ਪ੍ਰਭੂ ਉਹਨੂੰ ਆਤਮਿਕ ਜੀਵਨ ਬਖਸ਼ਦਾ ਹੈ। ਮਹਿਲਾ ਪੰਜਵਾਂ, ਜੀਵਨ ਪਦ ਨਿਰਵਾਣ ਇੱਕੋ ਸਿਮਰੀ ਹੈ। ਨਿਰਵਾਣ ਦਾ ਮਤਲਬ ਵਾਸ਼ਨਾ ਤੋਂ ਰਹਿਤ ਜ਼ਿੰਦਗੀ, ਜੀਵਨ ਪਦ ਦਾ ਮਤਲਬ ਜੀਵਨ ਦੀ ਉੱਚੀ ਅਵਸਥਾ, ਜੀਵਨ ਦਾ ਅਸਲੀ ਦਰਜਾ, ਜੋ ਜੀਵਨ ਦਾ ਸਭ ਤੋਂ ਮਹਾਨ ਦਰਜਾ ਹੈ, ਪਦਵੀ ਹੈ, ਸਭ ਤੋਂ ਉੱਚੀ ਪਦਵੀ। ਤੇ ਜੀਵਨ ਦੀ ਸਭ ਤੋਂ ਉੱਚੀ ਪਦਵੀ ਕਿਹੜੀ ਹੈ? ਰੱਬ ਵਰਗੇ ਹੋ ਜਾਣਾ, ਅਬ ਤੋਂ ਜਾਏ ਚੜ੍ਹੇ ਸਿੰਘਾਸਨ, ਜਾਂ ਨਿਰਵਾਣ ਹੋ ਜਾਣਾ। ਨਿਰਵਾਣ ਦਾ ਮਤਲਬ ਵਾਸ਼ਨਾਵਾਂ ਤੋਂ ਰਹਿਤ, ਵਿਕਾਰਾਂ ਤੋਂ ਰਹਿਤ, ਜਿਹਦੇ ਅੰਦਰ ਕੋਈ ਵਾਸ਼ਨਾ ਨਹੀਂ ਹੈ। ਤੇ ਵਾਸ਼ਨਾ ਤੋਂ ਰਹਿਤ ਰੱਬ ਹੈ, ਰੱਬ ਵਾਸਤੇ ਵੀ ਨਿਰਵਾਣ ਸ਼ਬਦ ਵਰਤਿਆ ਹੈ। ਇਸ ਲਈ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਜੇਕਰ ਵਾਸ਼ਨਾ ਤੋਂ ਰਹਿਤ ਜੀਵਨ ਦੀ ਉੱਚੀ ਪਦਵੀ ਪਾਣੀ ਚਾਹੁੰਦੇ ਹੋ ਤਾਂ ਇੱਕੋ ਸਿਮਰੀਏ ਦਾ ਮਤਲਬ ਇੱਕ ਨੂੰ ਯਾਦ ਰੱਖਣਾ ਚਾਹੀਦਾ ਹੈ, ਇੱਕ ਰੱਬ ਦੇ ਗੁਣਾਂ ਨੂੰ ਆਪਣੇ ਮਨ ਵਿੱਚ ਵਸਾਉਣਾ ਚਾਹੀਦਾ ਹੈ, ਇੱਕ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਚਾਰ ਚੁਫੇਰੇ ਇੱਕ ਪਸਰਿਆ ਹੈ, ਹਰ ਇੱਕ ਦੇ ਅੰਦਰ ਇੱਕ ਹੈ, ਹਰ ਇੱਕ ਦੇ ਨਾਲ ਵਤੀਰਾ ਇੱਕ ਜੈਸਾ ਚੰਗਾ ਕਰਨਾ ਹੈ, ਅੰਦਰੋਂ ਬਾਹਰੋਂ ਇੱਕ ਹੋਣਾ ਹੈ, ਔਰ ਇਸ ਇੱਕ ਦੇ ਗੁਣਾਂ ਨੂੰ ਹਮੇਸ਼ਾ ਹਮੇਸ਼ਾ ਆਪਣੀ ਯਾਦ ਦੇ ਅੰਦਰ ਟਿਕਾ ਕੇ ਰੱਖੋ ਜੇ ਵਾਸ਼ਨਾ ਤੋਂ ਰਹਿਤ ਉੱਚੀ ਪਦਵੀ ਪਾਣੀ ਚਾਹੁੰਦੇ ਹੋ। ਦੇਖੋ, ਗੁਰੂ ਜੀ ਨੇ ਫਾਰਮੂਲਾ ਦੱਸ ਦਿੱਤਾ ਹੈ, ਰਾਸਤਾ ਦੱਸ ਦਿੱਤਾ ਹੈ, ਸਾਧਨ ਦੱਸ ਦਿੱਤਾ ਹੈ, ਰੱਬ ਵਰਗੇ ਬਣਨ ਦਾ ਸਾਧਨ, ਵਾਸ਼ਨਾ ਤੋਂ ਰਹਿਤ ਪਦਵੀ ਦਾ ਸਾਧਨ, ਵਿਕਾਰਾਂ ਤੋਂ ਬਚਣ ਦਾ ਸਾਧਨ ਕੀ ਹੈ ਕਿ ਇੱਕ ਨੂੰ ਯਾਦ ਰੱਖੋ, ਇੱਕ ਦੇ ਗੁਣਾਂ ਨੂੰ ਯਾਦ ਰੱਖੋ, ਆਪਣੇ ਜੀਵਨ ਵਿੱਚ ਆਪਣੀ ਸੋਚ ਅੰਦਰ ਸ਼ੁਭ ਗੁਣਾਂ ਨੂੰ ਵਸਾ ਲਓ ਤਾਂ ਔਗਣ ਆਟੋਮੈਟਿਕਲੀ ਖਤਮ ਹੋ ਜਾਣਗੇ, ਜੀਵਨ ਦਾ ਉੱਚਾ ਦਰਜਾ ਮਿਲ ਜਾਏਗਾ। ਦੂਜੀ ਨਾ ਹੀ ਜਾਏ ਕਿਨ ਬਿਦ ਧੀਰੀਏ। ਧੀਰੀਏ ਦਾ ਮਤਲਬ ਧੀਰਜ ਫੜੀਏ, ਕਿਵੇਂ ਧੀਰਜ ਆਵੇ, ਕਿਵੇਂ ਮਨ ਟਿਕੇ। ਕਿਨ ਬਿਦ ਦਾ ਮਤਲਬ ਕਿਸ ਤਰੀਕੇ ਨਾਲ। ਦੂਜੀ ਦਾ ਮਤਲਬ ਦੂਜੀ, ਜਾਏ ਦਾ ਮਤਲਬ ਜਗ੍ਹਾ। ਹੁਣ ਇਹ ਅਵਸਥਾ ਪ੍ਰਾਪਤ ਕਰਨ ਲਈ ਜੀਵਨ ਪਦ ਨਿਰਵਾਣ ਜਿਹੜਾ ਹੈ, ਵਾਸ਼ਨਾ ਤੋਂ ਰਹਿਤ ਪਦਵੀ, ਵਾਸ਼ਨਾ ਤੋਂ ਰਹਿਤ ਜ਼ਿੰਦਗੀ, ਵਾਸ਼ਨਾ ਤੋਂ ਰਹਿਤ ਸੋਚ, ਐਸੇ ਜੀਵਨ ਦਾ ਢੰਗ, ਦੂਜੀ ਨਾ ਹੀ ਜਾਏ, ਦੂਜੀ ਹੋਰ ਕੋਈ ਜਗ੍ਹਾ ਹੈ ਨਹੀਂ। ਰੱਬੀ ਸ਼ਰਨ ਤੋਂ ਬਿਨਾਂ ਦੂਜੀ ਕੋਈ ਜਗ੍ਹਾ ਨਹੀਂ ਹੈ ਕਿ ਮੈਂ ਯੋਗਾ ਸਿੱਖ ਕੇ, ਵਰਤ ਰੱਖ ਕੇ, ਨਰਾਤੇ ਰੱਖ ਕੇ, ਸਰਾਧ ਕਰਕੇ, ਤੀਰਥ ਯਾਤਰਾ ਕਰਕੇ, ਸਮਾਧੀਆਂ ਲਾ ਕੇ ਜਾਂ ਹੋਰ ਕਰਮ ਕਰਕੇ ਮੈਂ ਜੀਵਨ ਪਦ ਨਿਰਵਾਣ ਪਾ ਲਵਾਂ। ਕੋਈ ਜਗ੍ਹਾ ਨਹੀਂ, ਕੋਈ ਕਰਮ ਨਹੀਂ ਜਿਹੜਾ ਤੁਹਾਨੂੰ ਐਸੀ ਪਦਵੀ ਦੇ ਸਕੇ। ਕਿਨ ਬਿਦ ਧੀਰੀਏ, ਕਿਸ ਤਰੀਕੇ ਦੇ ਨਾਲ ਮਨ ਧੀਰਜ ਫੜੇ। ਹੋਰ ਕੋਈ ਤਰੀਕਾ ਹੈ ਹੀ ਨਹੀਂ ਨਾ ਜਿੱਥੇ ਮਨ ਟਿਕੇ, ਕੋਈ ਹੋਰ ਤਰੀਕਾ ਨਹੀਂ, ਇੱਕ ਹੀ ਤਰੀਕਾ ਹੈ, ਇੱਕ ਹੀ ਜਗ੍ਹਾ ਹੈ। ਤੇ ਉਹ ਕਿਹੜੀ ਜਗ੍ਹਾ ਹੈ? ਇੱਕ ਦੇ ਨਾਲ ਜੁੜ ਜਾਣਾ, ਰੱਬੀ ਰਜਾ ਦੇ ਵਿੱਚ ਤੁਰਨਾ, ਰੱਬੀ ਗੁਣ ਗਾਣੇ, ਰੱਬੀ ਸਿਫਤ ਸਲਾਹ ਕਰਨੀ। ਜੇ ਹੋਰ ਸੌਖੇ ਤਰੀਕੇ ਨਾਲ ਕਹਿਣਾ ਹੋਵੇ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੇ ਜੋ ਸਾਨੂੰ ਵੇ ਆਫ ਲਾਈਫ ਦਿੱਤਾ ਹੈ, ਇਸ ਵੇ ਆਫ ਲਾਈਫ ਨੂੰ ਅਪਣਾਉਣਾ। ਹੋਰ ਕੋਈ ਢੰਗ ਹੈ ਨਹੀਂ, ਇਹੀ ਇੱਕ ਢੰਗ ਹੈ ਕਿ ਅਸੀਂ ਗੁਰਬਾਣੀ ਅਨੁਸਾਰ ਜ਼ਿੰਦਗੀ ਜੀਵੀਏ, ਰੱਬੀ ਰਜਾ ਵਿੱਚ ਤੁਰੀਏ, ਰੱਬੀ ਗੁਣਾਂ ਦੇ ਧਾਰਨੀ ਹੋਈਏ। ਡਿੱਠਾ ਸਭ ਸੰਸਾਰ ਸੁਖ ਨਾ ਨਾਮ ਬਿਨ। ਡਿੱਠਾ ਦਾ ਮਤਲਬ ਮੈਂ ਵੇਖ ਲਿਆ ਹੈ, ਪਰਖ ਲਿਆ ਹੈ, ਅਜਮਾ ਕੇ ਦੇਖ ਲਿਆ ਹੈ, ਮੈਂ ਸਾਰੇ ਸੰਸਾਰ ਨੂੰ ਵੇਖਿਆ ਹੈ। ਸੁਖ ਨਾ ਨਾਮ ਬਿਨ, ਨਾਮ ਤੋਂ ਬਿਨਾ ਸੁਖ ਨਹੀਂ ਹੈ। ਨਾਮ ਦਾ ਮਤਲਬ ਹੁਕਮ, ਨਾਮ ਦਾ ਮਤਲਬ ਰੱਬੀ ਰਜਾ ਭਾਣਾ, ਰੱਬੀ ਗੁਣ। ਗੁਰੂ ਜੀ ਕਹਿੰਦੇ ਨੇ ਮੈਂ ਪਰਖ ਕੇ ਵੇਖ ਲਿਆ ਹੈ ਕਿ ਰੱਬੀ ਰਜਾ ਤੋਂ ਬਿਨਾ, ਰੱਬੀ ਭਾਣੇ ਵਿੱਚ ਤੁਰਨ ਤੋਂ ਬਿਨਾ ਹੋਰ ਕੋਈ ਥਾਂ ਨਹੀਂ ਹੈ, ਕਿਤੇ ਵੀ ਸੁੱਖ ਨਹੀਂ ਹੈ। ਔਰ ਇਹ ਗੱਲ
ਆਪਣੇ ਹੁਣ ਜੀਵਨ ਦੇ ਵਿੱਚ ਆਪਣੇ ਤਜਰਬੇ ਤੋਂ ਪਰਖ ਕੇ ਦੇਖੋ। ਹੁਕਮ, ਰਜ਼ਾ, ਭਾਣਾ ਦਾ ਮਤਲਬ ਸਿਸਟਮ ਜੇ ਅਸੀਂ ਆਪਣੇ ਜੀਵਨ ਦੇ ਵਿੱਚੋਂ ਛੋਟੀਆਂ ਮਿਸਾਲਾਂ ਲੈ ਕੇ ਸਮਝਣ ਦਾ ਯਤਨ ਕਰੀਏ ਤਾਂ ਸਾਨੂੰ ਇਹ ਗੱਲ ਛੇਤੀ ਸਮਝ ਆ ਜਾਏਗੀ। ਹੁਣ ਅਸੀਂ ਟ੍ਰੈਫਿਕ ਵਿੱਚ ਚੱਲਦੇ ਹਾਂ, ਜੇ ਅਸੀਂ ਟ੍ਰੈਫਿਕ ਦੇ ਨਿਯਮਾਂ ਨੂੰ ਤੋੜੀਏ, ਜੇ ਅਸੀਂ ਇੱਥੇ ਸੱਜੇ ਪਾਸੇ ਚਲਾਈਏ ਗੱਡੀ ਹਾਈਵੇ ਤੇ, ਤਾਂ ਕੀ ਅਸੀਂ ਸੁਖੀ ਰਵਾਂਗੇ? ਨਹੀਂ ਰਵਾਂਗੇ, ਇੱਕ ਪਲ ਵੀ ਨਹੀਂ ਚੱਲ ਪਾਵਾਂਗੇ ਨਾ, ਟਕਰਾਵ ਹੋਏਗਾ। ਜੇ ਸਾਡੇ ਆਪਣੇ ਜੋ ਬਣਾਏ ਹੋਏ ਨੇਮ ਨੇ ਟ੍ਰੈਫਿਕ ਦੇ ਜਾਂ ਹੋਰ, ਜੇ ਉਹਨਾਂ ਨੂੰ ਤੋੜਨ ਦੇ ਨਾਲ ਸਾਡੇ ਜੀਵਨ ਵਿੱਚ ਸੁੱਖ ਨਹੀਂ, ਤਾਂ ਕੁਦਰਤ ਦੇ ਜੋ ਨਿਯਮ ਨੇ ਉਹਨਾਂ ਨੂੰ ਤੋੜ ਕੇ ਸਾਡੀ ਜ਼ਿੰਦਗੀ ਵਿੱਚ ਸੁੱਖ ਕਿਵੇਂ ਆ ਜਾਏਗਾ? ਇਸ ਲਈ ਗੁਰੂ ਜੀ ਕਹਿੰਦੇ ਨੇ, ਮੈਂ ਇਸ ਸੰਸਾਰ ਨੂੰ ਵੇਖ ਲਿਆ ਹੈ, ਪਰਖ ਕੇ ਵੇਖਿਆ ਹੈ, ਰੱਬੀ ਰਜ਼ਾ ਦੇ ਵਿੱਚ ਤੁਰਨ ਤੋਂ ਬਿਨਾਂ ਸੁੱਖ ਨਹੀਂ ਹੈ ਜ਼ਿੰਦਗੀ ਵਿੱਚ। ਜੇ ਜੀਵਨ ਦੇ ਅੰਦਰ ਸੁੱਖ ਚਾਹੁੰਦੇ ਹੋ ਤਾਂ ਫਿਰ ਰੱਬੀ ਰਜ਼ਾ ਨੂੰ ਫੋਲੋ ਕਰੋ, ਕੁਦਰਤ ਦੇ ਨਿਯਮਾਂ ਮੁਤਾਬਕ ਜ਼ਿੰਦਗੀ ਜੀਵੋ, ਗੁਰਬਾਣੀ ਅਨੁਸਾਰ ਜੀਵਨ ਜੀਵੋ। ਜੇਕਰ ਗੁਰਬਾਣੀ ਅਨੁਸਾਰ ਜ਼ਿੰਦਗੀ ਨਹੀਂ ਜੀਂਦੇ, ਰੱਬੀ ਰਜ਼ਾ ਵਿੱਚ ਨਹੀਂ ਤੁਰਦੇ, ਅਸੀਂ ਕਾਇਦੇ ਕਾਨੂੰਨਾਂ ਨੂੰ ਫਾਲੋ ਨਹੀਂ ਕਰਦੇ, ਤਾਂ ਜੀਵਨ ਦੇ ਅੰਦਰ ਸੁੱਖ ਨਹੀਂ ਮਿਲੇਗਾ। ਹੋਰ ਕੋਈ ਸਾਧਨ ਨਹੀਂ ਹੈ। ਤਨ ਤਨ ਹੋਸੀ ਛਾਰ, ਜਾਣੇ ਕੋਈ ਜਨ। ਜਾਣੇ ਕੋਈ ਜਨ ਦਾ ਮਤਲਬ ਕੋਈ ਵਿਰਲਾ ਜਾਣਦਾ ਹੈ, ਛਾਰ ਦਾ ਮਤਲਬ ਸਵਾ। ਤਨ ਔਰ ਧਨ ਨੇ ਇੱਕ ਦਿਨ ਰਾਖ ਹੋ ਜਾਣਾ ਹੈ, ਤੇ ਬੰਦਾ ਇਸ ਤਨ ਔਰ ਧਨ ਦੇ ਵਿੱਚੋਂ ਸੁੱਖ ਭਾਲਦਾ ਹੈ। ਬੰਦਾ ਚਾਹੁੰਦਾ ਹੈ ਕਿ ਮੇਰੇ ਕੋਲ ਬਹੁਤ ਸਾਰਾ ਧਨ ਆ ਜਾਏ ਤੇ ਮੈਂ ਸੁਖੀ ਹੋ ਜਾਵਾਂ। ਬੰਦਾ ਚਾਹੁੰਦਾ ਹੈ ਮੇਰਾ ਤਨ ਜਿਹੜਾ ਹੈ ਮੇਰੇ ਕੋਲ ਹੈ, ਤੇ ਇਸ ਤਨ ਦੇ ਜਿਹੜੇ ਵਿਕਾਰ ਨੇ ਦੇ ਵਿੱਚੋਂ ਮੈਨੂੰ ਸੁੱਖ ਮਿਲੇਗਾ। ਅੱਖਾਂ ਦੇ ਨਾਲ ਮੈਂ ਪਰਤਰੇ ਪਰਤਨ ਰੂਪ ਨੂੰ ਤੱਕਾਂ, ਕੰਨਾਂ ਨਾਲ ਮੈਂ ਚੁਗਲੀ ਨਿੰਦਾ ਆਦਿਕ ਸੁਣਾ, ਜ਼ੁਬਾਨ ਨਾਲ ਮੈਂ ਮਾੜਾ ਬੋਲਾਂ, ਹੱਥਾਂ ਨਾਲ ਮਾੜਾ ਕਰਾਂ, ਪੈਰਾਂ ਨਾਲ ਮਾੜੇ ਪਾਸੇ ਤੁਰਾਂ, ਸ਼ਾਇਦ ਇਹਦੇ ਵਿੱਚੋਂ ਮੈਨੂੰ ਸੁੱਖ ਮਿਲੇਗਾ। ਲੋਕ ਇਸੇ ਚ ਸੁੱਖ ਭਾਲ ਰਹੇ ਨੇ ਨਾ, ਈਰਖਾ, ਦਵੈਸ਼, ਵੈਰ, ਵਿਰੋਧ ਚ, ਔਰ ਧਨ ਦੇ ਵਿੱਚੋਂ ਸੁੱਖ ਭਾਲ ਰਹੇ ਨੇ। ਇਹਦਾ ਮਤਲਬ ਇਹ ਨਹੀਂ ਕਿ ਤਨ ਔਰ ਧਨ ਦੇ ਖਿਲਾਫ ਇੱਥੇ ਬੋਲਿਆ ਜਾ ਰਿਹਾ ਹੈ ਕਿ ਤਨ ਔਰ ਧਨ ਦੀ ਲੋੜ ਨਹੀਂ। ਤਨ ਔਰ ਧਨ ਦੋਵਾਂ ਦੀ ਜ਼ਰੂਰਤ ਹੈ। ਜੇ ਤਨ ਨਹੀਂ ਤੇ ਕੁਛ ਵੀ ਨਹੀਂ, ਜੇ ਧਨ ਨਹੀਂ ਤਾਂ ਵੀ ਅਸੀਂ ਸੁਖੀ ਸ਼ਾਂਤ ਨਹੀਂ ਹੋ ਸਕਾਂਗੇ। ਗੱਲ ਇੱਥੇ ਵਰਤੋਂ ਦੀ ਹੈ। ਧਨ ਦੀ ਗਲਤ ਵਰਤੋਂ ਕਰਕੇ ਜੇ ਹੁਣ ਕਿਸੇ ਦੇ ਕੋਲ ਬਹੁਤ ਸਾਰਾ ਧਨ ਆ ਜਾਏ ਤਾਂ ਕੀ ਕੇਵਲ ਧਨ ਆਉਣ ਦੇ ਨਾਲ ਉਹ ਬੰਦਾ ਸੁਖੀ ਹੋ ਸਕਦਾ ਹੈ? ਇਹ ਅਸੀਂ ਪਿੱਛੇ ਵਿਚਾਰ ਚੁੱਕੇ ਹਾਂ ਕਿ ਹਰ ਅਮੀਰ ਆਦਮੀ ਸੁਖੀ ਨਹੀਂ ਹੁੰਦਾ। ਹਰ ਅਮੀਰ ਆਦਮੀ ਸੁਖੀ ਨਹੀਂ ਹੁੰਦਾ, ਔਰ ਹਰ ਸੁਖੀ ਆਦਮੀ ਅਮੀਰ ਨਹੀਂ ਹੁੰਦਾ। ਹਰ ਸੁਖੀ ਆਦਮੀ ਅਮੀਰ ਨਹੀਂ ਹੁੰਦਾ। ਇਹਦਾ ਮਤਲਬ ਇਹ ਨਹੀਂ ਕਿ ਜਿਨ੍ਹਾਂ ਕੋਲ ਧਨ ਹੈ, ਜੋ ਅਮੀਰ ਨੇ, ਉਹ ਸੁਖੀ ਹੋ ਹੀ ਨਹੀਂ ਸਕਦੇ। ਗੱਲ ਇਹ ਨਹੀਂ ਹੈ। ਗੱਲ ਤਾਂ ਜੀਵਨ ਜੀਣ ਦੇ ਢੰਗ ਦੀ ਹੈ ਕਿ ਕੋਈ ਗਰੀਬ ਜਾਂ ਅਮੀਰ ਜ਼ਿੰਦਗੀ ਕਿਵੇਂ ਜੀ ਰਿਹਾ ਹੈ, ਉਹ ਪੈਸਾ ਕਮਾ ਕਿਵੇਂ ਰਿਹਾ ਹੈ, ਪੈਸੇ ਨੂੰ ਖਰਚ ਕਿਵੇਂ ਕਰ ਰਿਹਾ ਹੈ, ਇਹ ਸਰੀਰ ਦੀ ਵਰਤੋਂ ਕਿਵੇਂ ਕਰ ਰਿਹਾ ਹੈ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਸੱਚ ਨੂੰ ਭੁਲਾ ਕੇ ਰੱਬੀ ਰਜ਼ਾ ਤੋਂ ਉਲਟ ਜੇ ਇਸ ਤਨ ਔਰ ਧਨ ਦੀ ਵਰਤੋਂ ਕਰੋਗੇ ਤਾਂ ਇਸ ਤਨ ਧਨ ਦੇ ਵਿੱਚੋਂ ਸੁੱਖ ਨਹੀਂ ਉਪਜੇਗਾ। ਇਹਨੇ ਇੱਕ ਦਿਨ ਛਾਰ ਹੋ ਜਾਣਾ ਹੈ, ਰਾਖ ਹੋ ਜਾਣਾ ਹੈ। ਇਸ ਗੱਲ ਨੂੰ ਕੋਈ ਵਿਰਲਾ ਸਮਝਦਾ ਹੈ, ਪਰ ਬੰਦਾ ਇਹਦੇ ਵਿੱਚ ਹੀ ਜੁੜਿਆ ਰਹਿੰਦਾ ਹੈ। ਇਸ ਲਈ ਗੱਲ ਹੈਗੀ ਇੱਥੇ ਕਿ ਸੱਚ ਨੂੰ ਆਧਾਰ ਬਣਾ ਕੇ ਜੇ ਤਨ ਔਰ ਧਨ ਨੂੰ ਵਰਤੋਗੇ, ਜੀਵਨ ਦੇ ਅੰਦਰ ਖੁਸ਼ੀ ਆਏਗੀ। ਪਰ ਜੇ ਸੱਚ ਨੂੰ ਛੱਡ ਕੇ ਝੂਠ ਨੂੰ ਬੇਸ ਬਣਾ ਕੇ ਤਨ ਔਰ ਧਨ ਦੀ ਵਰਤੋਂ ਕਰੋਗੇ ਤੇ ਜੀਵਨ ਅੰਦਰ ਸੁੱਖ ਨਹੀਂ ਆਏਗਾ। ਇਸ ਗੱਲ ਨੂੰ ਕੋਈ ਵਿਰਲਾ ਜਾਣਦਾ ਹੈ। ਰੰਗ ਰੂਪ ਰਸ ਬਾਦ ਇਹ ਕਰਹਿ ਪ੍ਰਾਣੀਆਂ। ਬਾਦ ਦਾ ਮਤਲਬ ਵਿਅਰਥ, ਰਸ ਦਾ ਮਤਲਬ ਚਸਕੇ, ਕਰਹਿ ਦਾ ਮਤਲਬ ਤੂੰ ਕਰਦਾ ਹੈ। ਇਹਨੂੰ ਕਰਹਿ ਪੜਨਾ ਹੈ ਬਿੰਦੀ ਲਗਾ ਕੇ। ਰੰਗ ਰੂਪ ਰਸ ਬਾਦ ਇਹ ਕਰਹਿ ਪ੍ਰਾਣੀਆਂ, ਕਿ ਇਹ ਪ੍ਰਾਣੀ ਤੂੰ ਕੀ ਕਰ ਰਿਹਾ ਹੈ। ਕਿ ਕਰਹਿ ਦਾ ਮਤਲਬ ਕੀ ਕਰ ਰਿਹਾ ਹੈ, ਕਿਉਂ ਨਹੀਂ ਸਮਝ ਰਿਹਾ, ਕਿਉਂ ਮਾੜੀ ਜ਼ਿੰਦਗੀ ਜੀ ਰਿਹਾ ਹੈ। ਰੰਗ ਰੂਪ ਤੇ ਰਸ ਇਹਨਾਂ ਦੇ ਚਸਕੇ ਬੇਕਾਰ ਨੇ, ਇਹਨਾਂ ਦੇ ਪਿੱਛੇ ਲੱਗ ਕੇ ਮਨ ਦਾ ਟਿਕਾਵ ਨਹੀਂ ਮਿਲਦਾ। ਰੰਗ ਵੀ, ਰੂਪ ਵੀ, ਰਸ ਵੀ ਜੇ ਸੱਚ ਨੂੰ ਛੱਡ ਦਿੱਤਾ ਜਾਏ ਤਾਂ ਇਹਨਾਂ ਦੇ ਜਿਹੜੇ ਚਸਕੇ ਨੇ ਬੇਕਾਰ ਨੇ। ਹੁਣ ਇੱਥੇ ਰੰਗ ਰੂਪ ਦੀ ਵਿਰੋਧਤਾ ਨਹੀਂ ਹੈ, ਜਾਂ ਇੱਥੇ ਖਾਣ ਪੀਣ ਦੇ ਪਦਾਰਥਾਂ ਦੀ ਵਿਰੋਧਤਾ ਨਹੀਂ ਹੈ। ਗੱਲ ਤੇ ਇਹ ਹੈ ਕਿ ਜੇ ਸੱਚ ਨੂੰ ਵਿਸਰ ਦਿੱਤਾ ਜਾਏ, ਇਨਸਾਨੀਅਤ ਛੱਡ ਦਿੱਤੀ ਜਾਏ, ਰੱਬੀ ਰਜ਼ਾ ਨੂੰ ਛੱਡ ਦਿੱਤਾ ਜਾਏ,
ਸੱਚ ਨੂੰ ਜੀਵਨ ਦਾ ਆਧਾਰ ਨਾ ਬਣਾਇਆ ਜਾਏ ਤੇ ਝੂਠ ਔਰ ਫਰੇਬ ਬੰਦਾ ਕਮਾਵੇ ਤੇ ਰੰਗ ਰੂਪ ਦੇ ਵਿੱਚ ਫਸਿਆ ਰਵੇ ਤਾਂ ਕੀ ਉਹਨੂੰ ਸੁੱਖ ਮਿਲੇਗਾ? ਇਹ ਚਸਕੇ ਬੇਕਾਰ ਹੋ ਜਾਣਗੇ ਨਾ। ਰੰਗ ਵੀ, ਰੂਪ ਵੀ, ਰਸ ਵੀ, ਇਹ ਬਹੁਤ ਸਾਰੇ ਤੇਰੇ ਕੋਲ ਹੋਣ, ਪਰ ਜੇ ਤੇਰੀ ਜ਼ਿੰਦਗੀ ਵਿੱਚ ਸੱਚ ਨਹੀਂ, ਆਚਰਣ ਉੱਚਾ ਨਹੀਂ, ਦਇਆ ਔਰ ਪ੍ਰੇਮ ਆਦਿਕ ਨਹੀਂ, ਤਾਂ ਫਿਰ ਇਹ ਤੇ ਬੇਕਾਰ ਨੇ। ਕਿੰਨੇ ਕਿੰਨੇ ਸੋਹਣੇ ਜੋੜੇ ਨੇ ਨਾ, ਪਤੀ ਪਤਨੀ, ਜਿਨ੍ਹਾਂ ਨੇ ਇੱਕ ਦੂਜੇ ਨੂੰ ਚੁਣਿਆ ਹੈ ਕਿ ਉਹ ਮੁੰਡਾ ਬੜਾ ਸੋਹਣਾ ਹੈ, ਕੁੜੀ ਬੜੀ ਸੋਹਣੀ ਹੈ, ਸੋਹਣੇ ਸੋਹਣੇ ਜੋੜੇ ਨੇ, ਸੁੰਦਰਤਾ ਤੇ ਹੈ, ਲੇਕਿਨ ਆਪਸ ਦੇ ਵਿੱਚ ਬਣਦੀ ਨਹੀਂ ਕਲੇਸ਼। ਔਰ ਕਈਆਂ ਦੇ ਕੋਲ ਧਨ ਹੈ ਲੇਕਿਨ ਕਲੇਸ਼ ਹੈ। ਤਾਂ ਇਹਦਾ ਮਤਲਬ ਇਹ ਹੋਇਆ ਕਿ ਜੇ ਸੱਚ ਨੂੰ, ਇਨਸਾਨੀਅਤ ਨੂੰ, ਉੱਚੇ ਆਚਰਣ ਨੂੰ, ਰੱਬੀ ਗੁਣਾਂ ਨੂੰ ਛੱਡ ਦਿੱਤਾ ਜਾਏ ਤਾਂ ਫਿਰ ਇਹ ਰੰਗ ਰੂਪ ਰਸ ਜਿਹੜੇ ਨੇ ਸਾਰੇ ਵਿਅਰਥ ਹੋ ਜਾਂਦੇ ਨੇ, ਇਹਨਾਂ ਦੇ ਵਿੱਚੋਂ ਸੁੱਖ ਨਹੀਂ ਉਪਜਦਾ। ਇਸ ਲਈ ਇਹ ਪ੍ਰਾਣੀ ਤੂੰ ਕੀ ਕਰ ਰਿਹਾ ਹੈ? ਸੱਚ ਦਾ ਕਿਉਂ ਤਿਆਗ ਕਰ ਦਿੱਤਾ ਹੈ? ਰੱਬੀ ਰਜ਼ਾ ਦੇ ਨਾਲੋਂ ਕਿਉਂ ਟੁੱਟ ਗਿਆ ਹੈ? ਕਿਉਂ ਵਿਅਰਥ ਦੇ ਚਸਕਿਆਂ ਦੇ ਵਿੱਚ ਫਸਿਆ ਹੋਇਆ ਹੈ? ਜਿਸ ਭੁਲਾਏ ਆਪ ਤਿਸ ਕੱਲ ਨਹੀਂ ਜਾਣੀਆਂ। ਇੱਥੇ ਕੱਲ ਸ਼ਬਦ ਜੋ ਹੈ ਨਾ, ਕੱਲ ਸ਼ਬਦ ਦੇ ਕਈ ਸਾਰੇ ਅਰਥ ਮੌਜੂਦ ਨੇ। ਕੱਲ ਸ਼ਬਦ ਦਾ ਮਤਲਬ ਹੁੰਦਾ ਹੈ ਸ਼ਬਦ ਕਰਨਾ, ਗਿਣਨਾ, ਫੈਂਕਣਾ, ਜਾਣਾ, ਬੰਨਣਾ, ਲੈਣਾ, ਵਿਆਕੁਲ ਹੋਣਾ। ਕੱਲ ਸ਼ਬਦ ਦਾ ਅਰਥ ਸੁੰਦਰ, ਮਨੋਹਰ, ਇਹ ਵੀ ਇਹਦਾ ਅਰਥ ਹੈਗਾ। ਔਰ ਕੱਲ ਸ਼ਬਦ ਦਾ ਅਰਥ ਹੈਗਾ ਮਿੱਠੀ ਧੁਨ। ਚੌਥਾ ਇਹਦਾ ਅਰਥ ਹੈਗਾ ਵੀਰਜ, ਮਣੀ, ਕਲਾ, ਸ਼ਕਤੀ। ਇਹ ਬਹੁਤ ਸਾਰੇ ਕੱਲ ਸ਼ਬਦ ਦੇ ਅਰਥ ਨੇ। ਕੱਲ ਦਾ ਮਤਲਬ ਚੈਨ ਵੀ ਹੈ, ਸ਼ਾਂਤੀ ਵੀ ਹੈ, ਵਿਦਿਆ ਵੀ ਹੈ। ਤਾਂ ਇੱਥੇ ਅਸੀਂ ਕੱਲ ਦਾ ਅਰਥ ਲੈਣਾ ਹੈ ਸ਼ਾਂਤੀ। ਇੱਥੇ ਕੱਲ ਦਾ ਅਰਥ ਸ਼ਾਂਤੀ। ਜਿਸ ਭੁਲਾਏ ਆਪ, ਜਿਹਨੂੰ ਪ੍ਰਭੂ ਆਪਣਾ ਆਪਾ ਭੁਲਾ ਦੇਵੇ, ਯਾਨੀ ਜੋ ਰੱਬ ਨੂੰ ਭੁੱਲ ਜਾਏ, ਰੱਬੀ ਗੁਣਾਂ ਨੂੰ ਭੁੱਲ ਜਾਏ, ਰੱਬੀ ਰਜ਼ਾ ਮੁਤਾਬਕ ਨਾ ਤੁਰੇ, ਇਸ ਕੱਲ ਨਹੀਂ ਜਾਣੀਆਂ। ਉਹਨੇ ਮਨ ਦੀ ਸ਼ਾਂਤੀ ਨੂੰ ਕਦੇ ਵੀ ਨਹੀਂ ਜਾਣਿਆ। ਉਹਨੂੰ ਮਨ ਦੀ ਸ਼ਾਂਤੀ ਦੀ ਸਾਰ ਨਹੀਂ ਆ ਸਕਦੀ। ਉਹ ਮਨ ਕਰਕੇ ਕਦੇ ਸ਼ਾਂਤ ਨਹੀਂ ਹੋ ਸਕਦਾ। ਜਿਸ ਭੁਲਾਏ ਆਪ, ਜਿਸ ਨੂੰ ਪ੍ਰਭੂ ਨੇ ਆਪਣਾ ਆਪਾ ਭੁਲਾ ਦਿੱਤਾ ਹੈ, ਯਾਨੀ ਜਿਹੜਾ ਰੱਬੀ ਹੁਕਮ ਤੋਂ ਉਲਟ ਜ਼ਿੰਦਗੀ ਜੀ ਰਿਹਾ ਹੈ, ਜਿਸ ਨੇ ਰੱਬੀ ਗੁਣਾਂ ਨੂੰ ਭੁਲਾ ਦਿੱਤਾ ਹੈ, ਉਹ ਮਨ ਦੀ ਸ਼ਾਂਤੀ ਨੂੰ ਕਦੇ ਵੀ ਨਹੀਂ ਜਾਣ ਸਕੇਗਾ ਕਿ ਮਨ ਦੀ ਸ਼ਾਂਤੀ ਹੁੰਦੀ ਕੀ ਹੈ। ਕਿਉਂਕਿ ਉਹਨੇ ਜ਼ਿੰਦਗੀ ਵਿੱਚ ਸੱਤ, ਸੰਤੋਖ, ਦਇਆ, ਧਰਮ, ਧੀਰਜ, ਇਹਨਾਂ ਗੁਣਾਂ ਦੀ ਕਦੇ ਵਰਤੋਂ ਹੀ ਨਹੀਂ ਕੀਤੀ। ਤੇ ਜਿਨ੍ਹਾਂ ਨੇ ਇਹਨਾਂ ਗੁਣਾਂ ਦੀ ਵਰਤੋਂ ਹੀ ਨਹੀਂ ਕੀਤੀ, ਉਹਨਾਂ ਨੂੰ ਸ਼ਾਂਤੀ ਦਾ ਪਤਾ ਕਿਵੇਂ ਲੱਗੇ? ਪਤਾ ਤਾਂ ਹੀ ਲੱਗੇਗਾ ਨਾ ਜੇ ਕੋਈ ਵਰਤੇਗਾ। ਜਿਵੇਂ ਲੰਗਰ ਵਿੱਚ ਖੀਰ, ਕੜਾਹ, ਪ੍ਰਸ਼ਾਦ, ਹੋਰ ਬਹੁਤ ਕੁਝ ਬਣਿਆ ਹੋਵੇ, ਤੇ ਜੇ ਤੁਸੀਂ ਲੰਗਰ ਦੇ ਵਿੱਚੋਂ ਖੀਰ ਖਾਈ ਹੈ ਤਾਂ ਹੀ ਤੁਹਾਨੂੰ ਸਵਾਦ ਆਏਗਾ ਨਾ ਵੀ ਖੀਰ ਕਿਵੇਂ ਦੀ ਸੀ, ਕੜਾਹ ਕਿਵੇਂ ਦਾ ਸੀ, ਸਬਜ਼ੀ ਕਿਵੇਂ ਦੀ ਸੀ, ਦਾਲ ਕਿਵੇਂ ਦੀ ਸੀ। ਤੇ ਜਿਸ ਨੇ ਉਹ ਖਾਈ ਨਹੀਂ, ਚੱਖੀ ਨਹੀਂ ਜਿਹੜੀ ਚੀਜ਼, ਉਹਨੂੰ ਉਹਦੇ ਸਵਾਦ ਦਾ ਪਤਾ ਹੀ ਨਹੀਂ ਹੈ। ਇਸ ਲਈ ਜਿਸ ਨੇ ਰੱਬੀ ਗੁਣਾਂ ਨੂੰ ਭੁਲਾ ਦਿੱਤਾ ਹੈ, ਉਹਨੇ ਕਦੇ ਮਨ ਦੀ ਸ਼ਾਂਤੀ ਦਾ ਆਨੰਦ ਹੀ ਨਹੀਂ ਮਾਣਿਆ। ਭਾਵ ਉਹਦੇ ਜੀਵਨ ਅੰਦਰ ਕਦੇ ਸ਼ਾਂਤੀ ਨਹੀਂ ਆਉਂਦੀ। ਜਿਹੜਾ ਈਰਖਾ, ਦਵੈਸ਼, ਵੈਰ ਵਿਰੋਧ ਦੇ ਵਿੱਚ ਹੀ ਫਸਿਆ ਹੈ, ਸਾਰੀ ਜ਼ਿੰਦਗੀ ਐਵੇਂ ਹੀ ਉਹ ਗੁਜ਼ਾਰ ਦਿੰਦਾ ਹੈ। ਤਾਂ ਜਿਸ ਨੂੰ ਪ੍ਰਭੂ ਨੇ ਆਪਣੇ ਆਪੇ ਤੋਂ ਭੁਲਾ ਦਿੱਤਾ, ਉਹਨੇ ਜੀਵਨ ਦੇ ਅੰਦਰ ਕਦੇ ਵੀ ਸ਼ਾਂਤੀ ਨੂੰ ਨਹੀਂ ਜਾਣਿਆ। ਭਾਵ ਉਹਦੇ ਜੀਵਨ ਅੰਦਰ ਸੁਖ ਸ਼ਾਂਤੀ ਨਹੀਂ ਆਉਂਦੀ, ਸਗੋਂ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਜਦੋਂ ਅਸੀਂ ਰੱਬੀ ਗੁਣਾਂ ਨੂੰ, ਰੱਬ ਨੂੰ ਭੁਲਾ ਦਿੰਦੇ ਆ, ਤਾਂ ਸਾਡੀ ਜ਼ਿੰਦਗੀ ਦੇ ਅੰਦਰ ਕਾਮ, ਕ੍ਰੋਧ, ਈਰਖਾ, ਦਵੈਸ਼ ਆਦਿਕ ਸਾਰੇ ਰੋਗ ਸਾਨੂੰ ਆ ਘੇਰਦੇ ਨੇ। ਤਾਂ ਜੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਜੀਵਨ ਵਿੱਚ ਸ਼ਾਂਤੀ ਆਏ, ਤਾਂ ਸਾਨੂੰ ਰੱਬੀ ਗੁਣਾਂ ਦੇ ਨਾਲ ਜੁੜਨਾ ਚਾਹੀਦਾ ਹੈ। ਰੰਗ ਰਤੇ ਨਿਰਵਾਣ ਸੱਚਾ ਗਾਵਹੀ। ਰੰਗ ਦਾ ਮਤਲਬ ਪਿਆਰ ਵਿੱਚ, ਨਿਰਵਾਣ ਦਾ ਮਤਲਬ ਵਾਸ਼ਨਾ ਤੋਂ ਰਹਿਤ ਜੋ ਪ੍ਰਭੂ ਹੈ। ਜੋ ਵਾਸ਼ਨਾ ਤੋਂ ਰਹਿਤ ਪ੍ਰਭੂ ਦੇ ਪਿਆਰ ਵਿੱਚ ਰੰਗੇ ਗਏ ਨੇ, ਯਾਨੀ ਵਾਸ਼ਨਾ ਤੋਂ ਰਹਿਤ ਪ੍ਰਭੂ ਦੀ ਪ੍ਰੀਤ ਜਿਨ੍ਹਾਂ ਦੀ ਜ਼ਿੰਦਗੀ ਵਿੱਚ ਹੈ, ਜਿਨ੍ਹਾਂ ਨੇ ਆਪਣੀ ਮੈਂਟੈਲਿਟੀ, ਮਾਨਸਿਕਤਾ, ਸੋਚ ਦੇ ਅੰਦਰ ਰੱਬੀ ਗੁਣਾਂ ਨੂੰ ਵਸਾਇਆ ਹੈ, ਰੱਬੀ ਗੁਣਾਂ ਦੀ ਪ੍ਰੀਤ ਹੈ, ਉਹਨਾਂ ਦੀ ਨਿਸ਼ਾਨੀ ਕੀ ਹੈ? ਸੱਚਾ ਗਾਵਹੀ। ਉਹ ਸੱਚੇ ਪ੍ਰਭੂ ਦੇ ਗੁਣ ਗਾਉਂਦੇ ਨੇ, ਉਹਨਾਂ ਗੁਣਾਂ ਮੁਤਾਬਕ ਜ਼ਿੰਦਗੀ ਬਤੀਤ ਕਰਦੇ ਨੇ, ਉਹਨਾਂ ਗੁਣਾਂ ਨੂੰ ਜ਼ਿੰਦਗੀ ਵਿੱਚ ਇੰਪਲੀਮੈਂਟ ਕਰਦੇ ਨੇ। ਉਹਨਾਂ ਦੇ ਬੋਲਾਂ ਵਿੱਚੋਂ, ਉਹਨਾਂ ਦੀ ਸੋਚ ਵਿੱਚੋਂ, ਉਹਨਾਂ ਦੇ ਬਿਹੇਵੀਅਰ ਦੇ ਅੰਦਰੋਂ ਉਹ ਗੁਣ ਝਲਕਦੇ ਨੇ, ਡੁੱਲ ਡੁੱਲ ਪੈਂਦੇ ਨੇ।
ਉਹਨਾਂ ਦੇ ਬਿਹੇਵੀਅਰ ਦੇ ਵਿੱਚੋਂ ਇਹ ਚੀਜ਼ਾਂ ਦਿਸਣਗੀਆਂ। ਤੇ ਜੇ ਕਿਸੇ ਦੇ ਬਿਹੇਵੀਅਰ ਵਿੱਚੋਂ ਇਹ ਚੀਜ਼ਾਂ ਨਹੀਂ ਦਿਸ ਰਹੀਆਂ, ਸੱਚ, ਸੰਤੋਖ, ਦਇਆ, ਪ੍ਰੇਮ ਵਗੈਰਾ, ਤੇ ਜੇ ਉਹ ਕਹੇ ਕਿ ਮੈਂ ਰੱਬ ਨਾਲ ਪਿਆਰ ਕਰਨਾ, ਤਾਂ ਫਿਰ ਉਹ ਧੋਖਾ ਹੈ, ਉਹ ਡਰਾਮਾ ਹੈ। ਡਰਾਮਾ ਜਿੰਨਾ ਮਰਜ਼ੀ ਬੰਦਾ ਕਰੀ ਜਾਏ, ਡਰਾਮੇ ਦੀ ਕੀ ਹੈ, ਜਿੰਨਾ ਮਰਜ਼ੀ ਕਰੀ ਜਾਓ। ਝੂਠ ਬੋਲਣਾ ਨਾ ਜਿੰਨਾ ਮਰਜ਼ੀ ਕੋਈ ਬੋਲ ਲਵੇ, ਬੈਨ ਥੋੜਾ ਹੈ। ਕੋਈ ਵੀ ਕੁਝ ਕਹਿ ਸਕਦਾ ਹੈ ਜੀ ਮੈਂ ਰੱਬ ਦੀ ਪ੍ਰਾਪਤੀ ਕਰ ਲਈ ਹੈ, ਮੈਂ ਰੱਬ ਨਾਲ ਪਿਆਰ ਕਰਦਾ, ਜਾਂ ਮੈਂ ਧਰਮੀ ਹਾਂ, ਜਾਂ ਮੈਂ ਧਰਮ ਅਨੁਸਾਰ ਜ਼ਿੰਦਗੀ ਜੀ ਰਿਹਾ। ਕਹਿਣ ਨਾਲ ਕੋਈ ਫਰਕ ਨਹੀਂ ਪੈਂਦਾ, ਪਰ ਵਿਹਾਰ ਦੇ ਵਿੱਚੋਂ ਵੀ ਦਿਸਣਾ ਚਾਹੀਦਾ ਨਾ। ਤਾਂ ਉਹ ਜੋ ਰੱਬੀ ਗੁਣਾਂ ਦੇ ਨਾਲ ਪ੍ਰੀਤ ਪਾਉਂਦੇ ਨੇ, ਉਹ ਫਿਰ ਸੱਚੇ ਗੁਣਾਂ ਨੂੰ ਗਾਉਂਦੇ ਨੇ, ਭਾਵ ਸੱਚੇ ਗੁਣਾਂ ਨੂੰ ਆਪਣੇ ਜੀਵਨ ਵਿੱਚ ਇੰਪਲੀਮੈਂਟ ਕਰਦੇ। ਨਾਨਕ ਸਰਣ ਦੁਆਰ ਜੇ ਤੁਧ ਭਾਵਹੀਂ, ਭਾਵਹੀਂ ਦਾ ਮਤਲਬ ਚੰਗੇ ਲੱਗਣ, ਦੁਆਰ ਦਾ ਮਤਲਬ ਦਰ ਤੇ। ਇਸ ਲਈ ਗੁਰੂ ਜੀ ਕਹਿੰਦੇ ਨੇ ਕਿ ਰੱਬ ਅੱਗੇ ਅਰਦਾਸ ਕਰਕੇ, ਹੇ ਪ੍ਰਭੂ, ਜੇ ਤੈਨੂੰ ਚੰਗੇ ਲੱਗਣ ਤਾਂ ਜੀਵ ਤੇਰੇ ਦਰ ਤੇ, ਤੇਰੀ ਸ਼ਰਨ ਤੇ ਆਉਂਦੇ ਨੇ। ਭਾਵ ਕਿ ਜੋ ਤੇਰੀ ਸ਼ਰਨ ਵਿੱਚ ਆਉਂਦੇ ਨੇ ਉਹ ਤੈਨੂੰ ਚੰਗੇ ਲੱਗਦੇ ਨੇ, ਔਰ ਜੋ ਤੈਨੂੰ ਚੰਗੇ ਲੱਗਦੇ ਨੇ ਉਹ ਤੇਰੀ ਸ਼ਰਨ ਵਿੱਚ ਆ ਜਾਂਦੇ ਨੇ, ਯਾਨੀ ਇੰਟਰ ਰਿਲੇਟਡ ਨੇ। ਤਾਂ ਜੋ ਪ੍ਰਭੂ ਦੀ ਸ਼ਰਨ ਵਿੱਚ ਆ ਜਾਣਗੇ ਨਾ, ਉਹ ਉਸ ਪ੍ਰਭੂ ਨੂੰ ਵੀ ਪਿਆਰੇ ਲੱਗਣਗੇ, ਉਹ ਸੰਸਾਰ ਦੇ ਹਰ ਮਨੁੱਖ ਨੂੰ ਪਿਆਰੇ ਔਰ ਚੰਗੇ ਲੱਗਣਗੇ। ਸ਼ਰਨ ਦੁਆਰ, ਜੋ ਤੇਰੇ ਦਰ ਦੀ ਸ਼ਰਨ ਲੈਂਦੇ ਨੇ। ਸ਼ਰਨ ਲੈਣ ਦਾ ਮਤਲਬ ਸਰੈਂਡਰ ਹੋ ਜਾਣਾ, ਆਪਣੀ ਮੱਤ ਨੂੰ ਛੱਡ ਕੇ ਗੁਰੂ ਦੀ ਮੱਤ ਦੇ ਧਾਰਨੀ ਹੋ ਜਾਣਾ, ਅਵਗੁਣਾਂ ਨੂੰ ਛੱਡ ਕੇ ਗੁਣਾਂ ਦੇ ਧਾਰਨੀ ਹੋਣਾ। ਉਹ ਇਨਸਾਨ ਤੈਨੂੰ ਭਾਉਂਦੇ ਨੇ, ਉਹ ਤੈਨੂੰ ਪਿਆਰੇ ਲੱਗਦੇ। ਪੌੜੀ, ਜੰਮਣ ਮਰਨ ਨਾ ਤਿਨ ਕਉ, ਜੋ ਹਰ ਲੜ ਲਾਗੇ। ਜੰਮਣ ਮਰਨ, ਕਦੇ ਜੰਮਣਾ ਕਦੇ ਮਰਨਾ। ਹੁਣ ਸਵੇਰ ਤੋਂ ਲੈ ਕੇ ਕਿੰਨੀ ਵਾਰੀ ਬੰਦਾ ਇਹਦੇ ਅੰਦਰ ਪਸ਼ੂ ਬਿਰਤੀਆਂ ਜੰਮਦੀਆਂ ਨੇ ਔਰ ਪਸ਼ੂ ਬਿਰਤੀਆਂ ਪੈਦਾ ਹੁੰਦੀਆਂ ਨੇ, ਮਰਦੀਆਂ ਨੇ। ਮੰਨ ਲਓ ਹੁਣ ਮੈਂ ਇੱਥੇ ਬੈਠਾ ਹਾਂ, ਮੇਰੇ ਮਨ ਦੇ ਅੰਦਰ ਲਾਲਚ ਪੈਦਾ ਹੋਇਆ, ਤੇ ਲਾਲਚ ਕਰਕੇ ਕਿਸੇ ਦਾ ਮੈਂ 150 ਪੌਂਡ ਚੁੱਕ ਲਿਆ, ਤਾਂ ਮੇਰੇ ਅੰਦਰ ਕੀ ਪੈਦਾ ਹੋਇਆ? ਲਾਲਚ ਪੈਦਾ ਹੋਇਆ ਨਾ। ਤੇ ਲਾਲਚ ਹੈ ਕੁੱਤੇ ਵਾਲਾ ਸੁਭਾਅ। ਲੋਭ ਲਹਿਰ ਸਭ ਸਵਾਨ ਹਲਕ ਹੈ, ਹਲਕਿਓ ਸਭੇ ਬਿਗਾਰੇ। ਮੇਰੇ ਅੰਦਰ ਕੁੱਤਾ ਜੰਮ ਪਿਆ ਤੇ ਮੇਰਾ ਲਾਲਚ ਪੂਰਾ ਹੋਇਆ। ਲਾਲਚ ਹਾਲੇ ਪੂਰਾ ਹੋਇਆ ਹੀ ਹੈ, ਸ਼ਾਂਤ ਹੋਇਆ ਹੀ ਹੈ ਥੋੜਾ। ਮੈਂ ਕਿਸੇ ਦਾ ਹੱਕ ਖਾਧਾ ਹੈ ਤੇ ਨਾਲ ਹੀ ਮੈਨੂੰ ਕਿਸੇ ਨੇ ਕੁਛ ਬੁਲਾਇਆ ਤੇ ਮੈਂ ਹੰਕਾਰ ਦੇ ਨਾਲ ਆਫਰ ਗਿਆ, ਤਾਂ ਮੇਰੇ ਅੰਦਰ ਹੰਕਾਰ ਪੈਦਾ ਹੋ ਗਿਆ। ਲਾਲਚ ਮਰਿਆ, ਹੰਕਾਰ ਪੈਦਾ ਹੋ ਗਿਆ, ਹਾਥੀ ਪੈਦਾ ਹੋ ਗਿਆ। ਹੰਕਾਰ ਥੋੜਾ ਜਿਹਾ ਸ਼ਾਂਤ ਹੋਇਆ, ਮੈਨੂੰ ਕਿਸੇ ਨੇ ਰਾਹ ਪੁੱਛ ਲਿਆ ਤੇ ਮੈਂ ਨਾਲ ਹੀ ਪੈ ਗਿਆ ਟੁੱਟ ਕੇ, ਮੈਂ ਤੇਰੇ ਪਿਓ ਦਾ ਨੌਕਰ ਲੱਗਾ ਰਾਹ ਦੱਸਣ ਲਈ। ਮੇਰੇ ਅੰਦਰ ਸੱਪ ਪੈਦਾ ਹੋ ਗਿਆ। ਤਾਂ ਕਿਵੇਂ ਸਵੇਰ ਤੋਂ ਲੈ ਕੇ ਬੰਦਾ ਜੰਮਦਾ ਔਰ ਮਰਦਾ ਰਹਿੰਦਾ ਹੈ, 15 ਵਾਰੀ ਮਰਦਾ ਹੈ ਤੇ 17 ਵਾਰੀ ਜੰਮਦਾ ਹੈ। ਪਸ਼ੂ ਬਿਰਤੀਆਂ, ਜੰਮਣ ਮਰਨ ਪਸ਼ੂ ਬਿਰਤੀਆਂ। ਜੰਮਣ ਮਰਨ ਨਾ ਤਿਨ ਕੋ, ਉਹਨਾਂ ਲੋਕਾਂ ਦੇ ਅੰਦਰ ਪਸ਼ੂ ਬਿਰਤੀਆਂ ਨਹੀਂ ਪੈਦਾ ਹੁੰਦੀਆਂ ਜੋ ਹਰ ਲੜ ਲਾਗੇ, ਜੋ ਪ੍ਰਭੂ ਦੇ ਲੜ ਲੱਗ ਗਏ ਨੇ, ਜੋ ਪ੍ਰਭੂ ਦੇ ਸ਼ਰਨ ਵਿੱਚ ਆ ਗਏ ਨੇ, ਜਿਨ੍ਹਾਂ ਨੇ ਰੱਬੀ ਗੁਣਾਂ ਨੂੰ ਧਾਰਨ ਕਰ ਲਿਆ ਹੈ, ਜੋ ਰੱਬੀ ਰਜਾ ਵਿੱਚ ਤੁਰਦੇ ਨੇ। ਉਹਨਾਂ ਦੇ ਅੰਦਰ ਫਿਰ ਪਸ਼ੂ ਬਿਰਤੀਆਂ ਪੈਦਾ ਨਹੀਂ ਹੁੰਦੀਆਂ। ਉਹ ਨਿਰੋਲ ਇਨਸਾਨੀਅਤ ਵਾਲੀ ਜ਼ਿੰਦਗੀ ਜੀਂਦੇ ਨੇ, ਉਹ ਕਦੇ ਮਰਦੇ ਨਹੀਂ, ਉਹ ਹਮੇਸ਼ਾ ਜਿਉਂਦੇ ਨੇ। ਸੋ ਜੀਵਿਆ ਜਿਸ ਮਨ ਵਸਿਆ ਸੋਏ। ਤਾਂ ਜੋ ਪ੍ਰਭੂ ਦੇ ਲੜ ਲੱਗ ਜਾਂਦੇ ਨੇ, ਮੀਨਸ ਜੋ ਰੱਬੀ ਗੁਣਾਂ ਦੇ ਧਾਰਨੀ ਨੇ, ਰੱਬੀ ਰਜਾ ਵਿੱਚ ਜੋ ਜ਼ਿੰਦਗੀ ਜੀਂਦੇ ਨੇ, ਉਹਨਾਂ ਅੰਦਰ ਪਸ਼ੂ ਬਿਰਤੀਆਂ ਪੈਦਾ ਨਹੀਂ ਹੁੰਦੀਆਂ। ਜੀਵਤ ਸੇ ਪ੍ਰਵਾਨ ਹੋਏ, ਹਰ ਕੀਰਤਨ ਜਾਗੇ। ਕੀਰਤਨ ਦਾ ਮਤਲਬ ਕੀਰਤਨ ਵਿੱਚ, ਕੀਰਤਨ ਰਾਹੀਂ, ਤੇ ਕੀਰਤਨ ਦਾ ਮਤਲਬ ਇੱਥੇ ਹੈ ਸਿਫਤ ਸਲਾਹ, ਰੱਬ ਦੇ ਗੁਣ ਗਾਣੇ। ਜੀਵਤ ਦਾ ਮਤਲਬ ਜਿਉਂਦਿਆਂ ਹੀ, ਪ੍ਰਵਾਨ ਹੋਏ ਦਾ ਮਤਲਬ ਪ੍ਰਵਾਨ ਹੋ ਗਏ, ਰੱਬੀ ਦਰ ਤੇ ਪ੍ਰਵਾਨ ਹੋ ਗਏ। ਉਹ ਇਸੇ ਜੀਵਨ ਵਿੱਚ ਪ੍ਰਭੂ ਦੇ ਦਰ ਤੇ ਕਬੂਲ ਹੋ ਜਾਂਦੇ ਨੇ, ਜਿਉਂਦੇ ਜੀ, ਜੋ ਪ੍ਰਭੂ ਦੀ ਸਿਫਤ ਸਲਾਹ ਕਰਕੇ ਜਾਗ ਜਾਂਦੇ ਨੇ। ਜਾਗਣ ਦਾ ਮਤਲਬ ਇਹ ਨਹੀਂ ਕਿ ਸੌਂਦੇ ਨਹੀਂ, ਜਾਗਣ ਦਾ ਮਤਲਬ ਹੈ ਵਿਕਾਰਾਂ ਤੋਂ ਬਚ ਜਾਂਦੇ ਨੇ। ਜੋ ਪ੍ਰਭੂ ਦੀ ਸਿਫਤ ਸਲਾਹ ਕਰਕੇ ਵਿਕਾਰਾਂ ਤੋਂ ਬਚ ਜਾਂਦੇ ਨੇ, ਉਹ ਜਿਉਂਦੇ ਹੀ ਪ੍ਰਵਾਨ ਨੇ, ਮੁਕਤ ਨੇ। ਮਰਨ ਤੋਂ ਬਾਅਦ ਉਹਨਾਂ ਨੂੰ ਮੁਕਤੀ ਦਾ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ। ਉਹ ਜਿਉਂਦੇ ਹੀ ਪ੍ਰਭੂ ਦੇ ਵਿੱਚ ਲੀਨ ਹੋ ਜਾਂਦੇ ਨੇ, ਜਿਉਂਦੇ ਹੀ ਪ੍ਰਵਾਨ ਨੇ, ਐਸੇ ਜੀਵਨ ਵਿੱਚ ਪ੍ਰਵਾਨ ਨੇ। ਕੌਣ?
ਹਰ ਕੀਰਤਨ ਜਾਗੇ ਜੋ ਰੱਬ ਦੀ ਸਿਫਤ ਸਲਾਹ ਰਾਹੀਂ ਸੁਚੇਤ ਹੋ ਕੇ ਵਿਕਾਰਾਂ ਤੋਂ ਬਚ ਗਏ। ਦੇਖੋ ਕਿੰਨਾ ਸੌਖਾ ਸਾਧਨ ਹੈ, ਗੁਣਾਂ ਦੇ ਧਾਰਨੀ ਹੋਣਾ, ਅਵਗੁਣਾਂ ਤੋਂ ਬਚਣਾ ਤੇ ਰੱਬ ਦੇ ਦਰ ਤੇ ਪ੍ਰਵਾਨ ਹੋ ਜਾਣਾ, ਇਹੀ ਮੁਕਤੀ ਹੈ। ਹੁਣ ਇਸ ਤੋਂ ਸੌਖਾ ਸਾਧਨ ਕੀ ਹੋ ਸਕਦਾ ਹੈ? ਇਸ ਤੋਂ ਸੌਖਾ ਸਾਧਨ ਕੀ ਹੋ ਸਕਦਾ ਹੈ? ਕੋਈ ਵੀ ਨਹੀਂ। ਤੇ ਜੇ ਕੋਈ ਇੰਨਾ ਸੌਖਾ ਸਾਧਨ ਵੀ ਨਾ ਅਪਣਾਏ ਤੇ ਸਾਰਾ ਦਿਨ ਪਸ਼ੂ ਬਿਰਤੀਆਂ ਦੇ ਵਿੱਚ ਪਿਆ ਰਹੇ, ਈਰਖਾ ਦਵੈਸ਼ ਵਿੱਚ ਜ਼ਿੰਦਗੀ ਬਿਤਾਏ, ਆਪਣੇ ਜੀਵਨ ਨੂੰ ਐਵੇਂ ਹੀ ਦੁਖੀ ਕਰੀ ਰੱਖੇ ਔਰ ਕੱਲਾ ਆਪ ਦੁਖੀ ਨਾ ਰਹੇ, ਸਾਰੇ ਟੱਬਰ ਨੂੰ ਸੂਲੀ ਤੇ ਚਾੜਿਆ ਹੋਵੇ, ਸਾਰੇ ਸਮਾਜ ਨੂੰ ਸੂਲੀ ਤੇ ਚਾੜਿਆ ਹੋਵੇ, ਤੇ ਲਾਭ ਕੀ ਉਹਦਾ? ਇਸ ਲਈ ਉਹ ਇਨਸਾਨ ਜਿਉਂਦੇ ਹੀ ਰੱਬੀ ਦਰ ਤੇ ਪ੍ਰਵਾਨ ਨੇ, ਜੋ ਸਿਫਤ ਸਲਾਹ ਕਰਦੇ ਹੋਏ ਸੁਚੇਤ ਰਹਿੰਦੇ ਵਿਕਾਰਾਂ ਤੋਂ ਬਚਦੇ ਨੇ। ਸਾਧ ਸੰਗ ਜਿਨ ਪਾਇਆ ਸਈ ਵਡ ਭਾਗੇ। ਹੁਣ ਇਹੋ ਜਿਹੀ ਜੋ ਜ਼ਿੰਦਗੀ ਉਹ ਮਿਲੇਗੀ ਕਿੱਥੋਂ? ਸੋਚ ਤੇ ਹੁਣ ਸਾਨੂੰ ਸਮਝ ਆ ਗਈ, ਪਰ ਇਹ ਸ਼ੁਰੂਆਤ ਕਿੱਥੋਂ ਕਰੀਏ, ਕਿਵੇਂ ਕਰੀਏ, ਕਿੱਥੋਂ ਮਿਲੇਗੀ ਜ਼ਿੰਦਗੀ? ਤਾਂ ਗੁਰੂ ਜੀ ਕਹਿੰਦੇ ਨੇ ਸਾਧ ਸੰਗ ਜਿਨ ਪਾਇਆ। ਸਾਧ ਸੰਗ ਦਾ ਮਤਲਬ ਗੁਰੂ ਦੀ ਸ਼ਰਨ ਵਿੱਚ ਆ ਕੇ, ਜਿਨ੍ਹਾਂ ਨੇ ਵੀ ਪਾਇਆ ਹੈ ਐਸਾ ਜੀਵਨ, ਜਿਨ੍ਹਾਂ ਨੇ ਵੀ ਪਾਇਆ ਹੈ ਪ੍ਰਭੂ ਨੂੰ, ਉਹਨਾਂ ਨੇ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆ ਕੇ ਪਾਇਆ ਹੈ। ਵੱਡੇ ਭਾਗਾਂ ਵਾਲੇ ਨੇ ਉਹ ਜਿਨ੍ਹਾਂ ਨੇ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚੋਂ ਆ ਕੇ ਉਸ ਪ੍ਰਭੂ ਨੂੰ ਪਾ ਲਿਆ ਜਾਂ ਐਸੀ ਜ਼ਿੰਦਗੀ ਨੂੰ ਪਾ ਲਿਆ। ਤਾਂ ਇਹ ਜੀਵਨ ਸਾਨੂੰ ਗੁਰਬਾਣੀ ਰਾਹੀਂ ਮਿਲੇਗਾ, ਗੁਰੂ ਦੇ ਦੱਸੇ ਰਾਹਾਂ ਤੇ ਤੁਰਿਆ ਮਿਲੇਗਾ। ਗਿਆਨ ਗੁਰੂ ਦੀ ਅਗਵਾਈ ਵਿੱਚ ਚਲਾਂਗੇ ਤੇ ਮਿਲੇਗਾ। ਜੇ ਆਪਣੇ ਗਿਆਨ ਦੀ ਸਹੀ ਵਰਤੋਂ ਕਰਾਂਗੇ ਤਾਂ ਇਹ ਜੀਵਨ ਮਿਲੇਗਾ। ਇਸ ਲਈ ਅਸੀਂ ਗੁਰਦੁਆਰਾ ਸਾਹਿਬ ਜਾਂਦੇ ਹਾਂ, ਇਸੇ ਲਈ ਅਸੀਂ ਬਾਣੀ ਪੜ੍ਹਦੇ ਹਾਂ। ਗੁਰੂ ਦੀ ਜੋ ਸੰਗਤ ਹੈ ਉਹ ਹੈ ਹੀ ਸਕੂਲ। ਸਤ ਸੰਗਤ ਸਤਿਗੁਰੂ ਟਕਸਾਲ ਹੈ, ਜਿਤ ਹਰ ਗੁਣ ਸਿੱਖਾ। ਇਥੋਂ ਅਸੀਂ ਹਰੀ ਦੇ ਗੁਣ ਸਿੱਖਣੇ ਨੇ ਤੇ ਵੱਡੇ ਭਾਗਾਂ ਵਾਲੇ ਬਣ ਜਾਣਾ। ਸਾਧ ਸੰਗ ਜਿਨ ਪਾਇਆ ਸਈ ਵਡ ਭਾਗੇ, ਨਾਏ ਵਿਸਰਿਆ। ਇਹਨੂੰ ਵਿਸਰੀਏ ਨਹੀਂ ਬੋਲਣਾ, ਵਿਸਰਿਆ। ਨਾਏ ਵਿਸਰਿਆ ਤ੍ਰਿਗ ਜੀਵਨਾ, ਟੂਟੇ ਕੱਚ ਧਾਗੇ। ਕੱਚ ਧਾਗੇ ਦਾ ਮਤਲਬ ਕੱਚਾ ਧਾਗਾ। ਨਾਏ ਵਿਸਰਿਆ ਦਾ ਮਤਲਬ ਜੇ ਨਾਮ ਵਿਸਰ ਜਾਏ, ਵਿਸਰਨ ਨਾਲ। ਨਾਏ ਦਾ ਮਤਲਬ ਨਾਮ, ਨਾਮ ਦਾ ਮਤਲਬ ਹੁਕਮ। ਜੇ ਰੱਬ ਦਾ ਹੁਕਮ ਵਿਸਰ ਜਾਏ, ਭੁੱਲ ਜਾਏ, ਰੱਬ ਦੇ ਗੁਣ ਭੁੱਲ ਜਾਣ, ਇਹ ਚੀਜ਼ ਚੇਤੇ ਹੀ ਨਾ ਰਹੇ ਕਿ ਕੋਈ ਰੱਬ ਦਾ ਹੁਕਮ ਵੀ ਹੈ, ਰਜ਼ਾ ਵੀ ਹੈ, ਭਾਣਾ ਵੀ ਹੈ, ਕੁਦਰਤ ਦੇ ਕੁਛ ਨਿਯਮ ਨਿਯਮਾਵਲੀ ਨੇ, ਜ਼ਿੰਦਗੀ ਜੀਣ ਦੇ ਕੁਛ ਨੇਮ ਨੇ, ਜਿਹਨੂੰ ਇਹ ਚੀਜ਼ ਹੀ ਭੁੱਲ ਜਾਏ, ਗੁਰੂ ਜੀ ਕਹਿੰਦੇ ਨੇ ਤ੍ਰਿਗ ਜੀਵਨਾ। ਤ੍ਰਿਗ ਦਾ ਮਤਲਬ ਲਾਨਤ ਹੈ ਉਸ ਮਨੁੱਖ ਦੀ ਜ਼ਿੰਦਗੀ ਨੂੰ, ਫਿਟਕਾਰ ਹੈ ਉਸ ਜੀਵਨ ਨੂੰ। ਉਹ ਜੀਵਨ ਫਿਟਕਾਰ ਯੋਗ ਹੈ, ਉਹ ਬੰਦਾ ਲਾਨਤੀ ਹੈ ਜਿਹਨੂੰ ਰੱਬ ਦਾ ਹੁਕਮ ਭੁੱਲਿਆ ਹੋਇਆ ਹੈ, ਗੁਣ ਭੁੱਲੇ ਹੋਏ ਨੇ। ਟੂਟੇ ਕੱਚ ਧਾਗੇ ਦਾ ਮਤਲਬ ਕੱਚੇ ਧਾਗੇ ਦੀ ਤਰ੍ਹਾਂ ਟੁੱਟੇ ਹੋਏ ਨੇ, ਜਿਵੇਂ ਕੱਚਾ ਧਾਗਾ ਨਹੀਂ ਹੁੰਦਾ। ਹੁਣ ਪੱਕੀ ਰੱਸੀ ਹੈ, ਪੱਕਾ ਧਾਗਾ ਹੈ, ਉਹਦਾ ਜੇ ਕੋਈ ਗੰਢ ਦਿਓਗੇ, ਕੋਈ ਚੀਜ਼ ਬੰਨੋਗੇ ਤੇ ਕੰਮ ਆਏਗਾ। ਤੇ ਜੇ ਕੱਚੇ ਧਾਗੇ ਨਾਲ ਕੱਪੜਾ ਸੀਣਾ ਚਾਹੋ, ਕੱਚੇ ਧਾਗੇ ਵਿੱਚ ਕੋਈ ਚੀਜ਼ ਬੰਨਣੀ ਚਾਹੋ, ਤੇ ਉਹਨੇ ਤੇ ਨਾਲ ਹੀ ਖਿੱਚਣਾ, ਟੁੱਟੀ ਜਾਣਾ, ਉਹ ਟੁੱਟੀ ਜਾਣਾ, ਖਿਲਰੀ ਜਾਣਾ। ਉਹ ਕੱਚੇ ਧਾਗੇ ਦੀ ਤਰ੍ਹਾਂ ਨੇ, ਵਿਅਰਥ ਨੇ, ਬੇਕਾਰ ਨੇ, ਉਹ ਕਿਸੇ ਕੰਮ ਦੇ ਨਹੀਂ। ਕੱਚੇ ਧਾਗੇ ਦੀ ਤਰ੍ਹਾਂ ਬੇਕਾਰ ਨੇ, ਉਹਨਾਂ ਦੇ ਨਾਤੇ ਸੰਬੰਧ ਟੁੱਟ ਜਾਂਦੇ ਨੇ। ਜਿਹੜੇ ਐਸੇ ਲੋਕ ਨੇ ਨਾ, ਜਿਨ੍ਹਾਂ ਨੇ ਸੱਚ ਨੂੰ ਵਿਸਾਰ ਦਿੱਤਾ ਹੈ, ਰੱਬੀ ਹੁਕਮ ਨੂੰ ਵਿਸਾਰਿਆ ਹੈ, ਗੁਣਾਂ ਨੂੰ ਵਿਸਾਰਿਆ ਹੈ, ਲਾਨਤ ਵਾਲੀ ਇਹ ਜ਼ਿੰਦਗੀ ਉਹ, ਤੇ ਉਹ ਕੱਚੇ ਧਾਗੇ ਦੀ ਤਰ੍ਹਾਂ ਟੁੱਟੇ ਹੋਏ ਨੇ। 1 ਮਿੰਟ ਵਿੱਚ ਕਿਸੇ ਨਾਲ ਫਰੈਂਡਸ਼ਿਪ ਪਾਣਗੇ, ਅਗਲੇ ਪਲ ਹੀਰਾਫੇਰੀ ਕਰਕੇ ਗਵਾ ਲੈਣ। ਉਹ ਰਿਸ਼ਤੇ, ਉਹ ਨਾਤੇ, ਉਹ ਯਾਰੀ ਦੋਸਤੀ, ਉਹ ਮਿੱਤਰਤਾ ਕੱਚੇ ਧਾਗੇ ਦੀ ਤਰ੍ਹਾਂ ਹੁੰਦੀ ਹੈ, ਟੁੱਟ ਜਾਂਦੀ ਹੈ। ਔਰ ਹਕੀਕਤ ਹੈ, ਜਿਨ੍ਹਾਂ ਦੀ ਜ਼ਿੰਦਗੀ ਵਿੱਚ ਉੱਚਾ ਆਚਰਣ ਨਹੀਂ, ਜਿਨ੍ਹਾਂ ਦੇ ਜੀਵਨ ਵਿੱਚ ਸੱਚ ਨਹੀਂ, ਦਇਆ ਨਹੀਂ, ਪ੍ਰੇਮ ਨਹੀਂ, ਕਿੰਨੇ ਸਾਰੇ ਰਿਸ਼ਤੇ ਨਾਤੇ ਟੁੱਟ ਜਾਂਦੇ ਨੇ। ਸਕੇ ਭੈਣ ਭਰਾ ਵਰਤੋਂ ਹਟ ਜਾਂਦੇ ਨੇ, ਮਾਂ ਪੁੱਤਰਾਂ ਦੇ ਰਿਸ਼ਤੇ, ਪਿਓ ਧੀ ਦੇ ਰਿਸ਼ਤੇ ਟੁੱਟ ਜਾਂਦੇ ਨੇ, ਪਤੀ ਪਤਨੀ ਦੇ ਟੁੱਟ ਜਾਂਦੇ ਨੇ, ਔਰ ਸੱਜਣ ਮਿੱਤਰ ਦੂਰ ਹੋ ਜਾਂਦੇ ਨੇ। ਰੱਬ ਤੇ ਗੁਰੂ ਦੇ ਨਾਲ ਤੋਂ ਪਹਿਲਾਂ ਹੀ ਟੁੱਟੇ ਹੋਏ ਨੇ, ਕੱਚੇ ਧਾਗੇ ਦੀ ਤਰ੍ਹਾਂ ਬੇਕਾਰ ਨੇ। ਇਸ ਲਈ ਗੁਰੂ ਜੀ ਕਹਿੰਦੇ ਨੇ ਰੱਬੀ ਹੁਕਮ ਨੂੰ ਵਿਸਾਰ ਕੇ, ਰੱਬੀ ਗੁਣਾਂ ਨੂੰ ਵਿਸਾਰ ਕੇ ਜੋ ਜ਼ਿੰਦਗੀ ਜੀਣੀ ਹੈ, ਉਹ ਜੀਵਨ ਤ੍ਰਿਗ ਹੈ, ਫਿਟਕਾਰ ਯੋਗ ਹੈ, ਟੁੱਟੇ ਕੱਚੇ ਧਾਗੇ ਦੀ ਤਰ੍ਹਾਂ ਬੇਕਾਰ। ਨਾਨਕ ਧੂੜ ਪੁਨੀਤ ਸਾਧ
ਲੱਖ ਕੋਟ ਪਿਰਾਗੇ। ਪੁਨੀਤ ਦਾ ਮਤਲਬ ਪਵਿੱਤਰ, ਕੋਟ ਦਾ ਮਤਲਬ ਕਰੋੜਾਂ, ਪਿਰਾਗੇ ਦਾ ਮਤਲਬ ਪਿਰਾਗ, ਪ੍ਰਯਾਗ, ਜਿੱਥੇ ਗੰਗਾ, ਜਮਨਾ ਔਰ ਸਰਸਵਤੀ ਦਾ ਸੰਗਮ ਹੈ। ਹਿੰਦੂ ਵੀਰ ਉਸ ਤੀਰਥ ਨੂੰ ਬੜਾ ਪਵਿੱਤਰ ਸਮਝਦੇ ਨੇ, ਉੱਥੇ ਇਸ਼ਨਾਨ ਆਦਿ ਕਰਦੇ ਨੇ। ਗੰਗਾ, ਜਮਨਾ, ਸਰਸਵਤੀ ਤਿੰਨ ਦਰਿਆ ਉੱਥੇ ਮਿਲਦੇ ਨੇ ਔਰ ਹਿੰਦੂ ਵੀਰਾਂ ਦੀ ਨਜ਼ਰ ਵਿੱਚ ਪਵਿੱਤਰ ਨਦੀਆਂ ਨੇ ਤੇ ਤਿੰਨੇ ਹੀ ਇੱਕੋ ਥਾਂ ਤੇ ਮਿਲਦੀਆਂ ਨੇ। ਉੱਥੇ ਇਸ਼ਨਾਨ ਕਰਕੇ ਉਹ ਆਪਣਾ, ਉਹਨਾਂ ਦੀ ਸ਼ਰਧਾ ਹੈ, ਵਿਸ਼ਵਾਸ ਹੈ। ਹੁਣ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਨਾਨਕ ਧੂੜ ਪੁਨੀਤ ਸਾਧ। ਸਾਧ ਦਾ ਮਤਲਬ ਗੁਰੂ, ਜੋ ਗੁਰੂ ਚਰਨਾਂ ਦੀ ਧੂੜ ਹੈ ਨਾ, ਲੱਖ ਕੋਟ ਪਿਰਾਗੇ ਦਾ ਮਤਲਬ ਲੱਖਾਂ ਔਰ ਕਰੋੜਾਂ ਪ੍ਰਯਾਗ ਆਦਿਕ ਤੀਰਥਾਂ ਦੇ ਨਾਲੋਂ ਵਧੇਕ ਪਵਿੱਤਰ ਹੈ। ਹੁਣ ਇਹ ਚੀਜ਼ ਨਾ ਸਮਝਣੀ ਹੈ। ਇੱਕ ਬੰਦਾ ਤੇ ਉਹ ਹੈ ਜੋ ਪ੍ਰਯਾਗ ਆਦਿਕ ਜਾਂ ਹੋਰ ਤੀਰਥਾਂ ਤੇ ਇਸ਼ਨਾਨ ਕਰਦਾ ਹੈ, ਲੱਖਾਂ ਕਰੋੜਾਂ ਤੀਰਥਾਂ ਤੇ ਇਸ਼ਨਾਨ ਉਹਨੇ ਕੀਤਾ। ਇੱਕ ਤਾਂ ਉਹ ਬੰਦਾ ਹੈ, ਪਰ ਉਹਦੇ ਵਿੱਚ ਹੇਰਾ ਫੇਰੀਆਂ ਨੇ, ਚੋਰੀਆਂ ਨੇ, ਜਾਂ ਉਹਦੇ ਅੰਦਰ ਔਗਣ ਨੇ। ਤੇ ਇੱਕ ਬੰਦਾ ਉਹ ਹੈ ਜੋ ਰੱਬੀ ਰਜ਼ਾ ਵਿੱਚ ਤੁਰ ਰਿਹਾ ਹੈ, ਗੁਰਬਾਣੀ ਅਨੁਸਾਰ ਜ਼ਿੰਦਗੀ ਜੀਂਦਾ ਹੈ, ਸੱਚ ਦੇ ਨਾਲ ਜੁੜਿਆ ਹੋਇਆ ਹੈ। ਇੱਕ ਪਾਸੇ ਕਰੋੜਾਂ ਬੰਦੇ ਉਹ ਹੋਣ ਜਿਨ੍ਹਾਂ ਨੇ ਤੀਰਥਾਂ ਤੇ ਇਸ਼ਨਾਨ ਕੀਤਾ, ਲੇਕਿਨ ਪਾਪ ਕਰਮ ਕਮਾ ਰਹੇ ਹੋਣ, ਤੇ ਇੱਕ ਪਾਸੇ ਉਹ ਇਕੱਲਾ ਬੰਦਾ ਹੋਵੇ ਜਿਹੜਾ ਤੀਰਥਾਂ ਇਸ਼ਨਾਨਾਂ ਤੇ ਕਿਤੇ ਨਹੀਂ ਜਾਂਦਾ, ਕੋਈ ਕਰਮ ਕਾਂਡ ਨਹੀਂ ਕਰਦਾ, ਪਰ ਰੱਬੀ ਰਜ਼ਾ ਮੁਤਾਬਕ ਜ਼ਿੰਦਗੀ ਜੀ ਰਿਹਾ ਹੈ, ਮਨ ਬਚਨ ਕਰਮ ਕਰਕੇ ਸੱਚਾ ਔਰ ਸਚਿਆਰ ਹੈ, ਤਾਂ ਕਿ ਕਰੋੜਾਂ ਬੰਦੇ ਉਹਦਾ ਮੁਕਾਬਲਾ ਕਰ ਲੈਣਗੇ। ਕਰੋੜਾਂ ਬੰਦੇ ਉਹਦਾ ਮੁਕਾਬਲਾ ਨਹੀਂ ਕਰ ਸਕਦੇ। ਕਰੋੜਾਂ ਤੀਰਥਾਂ ਤੇ ਨਹਾਓ ਤੁਸੀਂ, ਤੇ ਕਰੋੜਾਂ ਤੀਰਥਾਂ ਤੇ ਨਹਾਉਣ ਤੋਂ ਬਾਅਦ ਵੀ ਜੇ ਤੁਹਾਡੇ ਅੰਦਰ ਝੂਠ ਹੈ, ਫਰੇਬ ਹੈ, ਕ੍ਰੋਧ ਹੈ, ਲੋਭ ਹੈ, ਜੇ ਗਲਤ ਜ਼ਿੰਦਗੀ ਜੀ ਰਹੇ ਹੋ, ਤੇ ਕਰੋੜਾਂ ਤੀਰਥਾਂ ਤੇ ਵੀ ਨਹਾਉਣ ਨਾਲ ਕੀ ਹੋਏਗਾ? ਕੁਛ ਵੀ ਨਹੀਂ। ਅਸੀਂ ਇਹ ਤਾਂ ਚੀਜ਼ਾਂ ਰੋਜ਼ ਵਿਚਾਰ ਰਹੇ ਹਾਂ। ਨਹਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਇੱਕ ਪਾ ਲੱਥੀ ਨਾਤਿਆਂ ਦੋਏ ਪਾ ਚੜੀਏ ਸਹੂਰ, ਬਾਹਰ ਧੂਤੀ ਤੂੰਬੜੀ ਅੰਦਰ ਵਿਸ਼ ਨਿਕੋਰ। ਹੁਣ ਇੱਕ ਕੌੜਾ ਕੱਦੂ ਲੈ ਜਾਓ ਤੇ ਜਿੰਨੇ ਮਰਜ਼ੀ ਤੀਰਥਾਂ ਜਾ ਕੇ ਟੁੱਬੀਆਂ ਲਵਾ ਕੇ ਲੈ ਆਓ, ਤੇ ਕੀ ਕੌੜਾ ਕੱਦੂ ਮਿੱਠਾ ਹੋ ਜਾਏ? ਕੌੜੇ ਕੱਦੂ ਨੂੰ ਚੀਰ ਕੇ ਸਬਜ਼ੀ ਬਣਾਓ, ਮਿੱਠਾ ਹੋ ਜਾਏਗਾ ਉਹ? ਬਿਲਕੁਲ ਵੀ ਨਹੀਂ, ਕਿਉਂਕਿ ਕੁੜੱਤਨ ਤੇ ਅੰਦਰ ਪੜੀ, ਕੁੜੱਤਨ ਤੇ ਉਹਦੇ ਰੋਮ ਰੋਮ ਵਿੱਚ ਭਰੀ, ਧੋਤਾ ਉਹਨੂੰ ਬਾਹਰੋਂ ਜਾ ਰਿਹਾ। ਐਵੇਂ ਈਰਖਾ, ਦਵੈਸ਼, ਵੈਰ, ਵਿਰੋਧ ਤੇ ਸਾਡੀ ਮਾਨਸਿਕਤਾ ਵਿੱਚ, ਦਿਮਾਗ ਵਿੱਚ ਭਰੀ, ਖੋਪਰੀ ਭਰੀ ਪਈ ਅੰਦਰੋਂ, ਤੇ ਧੋ ਰਹੇ ਆ ਪਿੰਡਾ। ਮਾਲਿਸ਼ ਪਿੰਡੇ ਦੀ ਹੋ ਰਹੀ ਹੈ, ਪਰਫਿਊਮ ਪਿੰਡੇ ਤੇ ਲਗਾਇਆ ਜਾ ਰਿਹਾ। ਲਾਈ ਜਾਓ ਜਿੰਨਾ ਮਰਜ਼ੀ ਪਰਫਿਊਮ, ਨਹਾਈ ਜਾਓ ਤੀਰਥਾਂ ਵਿੱਚ, ਕੀ ਹੋਣਾ? ਕੱਖ ਵੀ ਨਹੀਂ ਹੋਣਾ। ਇਸ ਲਈ ਗੁਰੂ ਜੀ ਕਹਿੰਦੇ ਨੇ, ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਦੇ ਨੇ, ਗੁਰੂ ਚਰਨਾਂ ਦੀ ਜੋ ਧੂੜ ਹੈ, ਕਰੋੜਾਂ ਪ੍ਰਯਾਗ ਇਸ਼ਨਾਨਾਂ ਦੇ ਨਾਲੋਂ ਉੱਤਮ ਔਰ ਪਵਿੱਤਰ ਹੈ। ਮੀਨਸ ਕਿ ਗੁਰੂ ਦੇ ਦੱਸੇ ਰਾਹਾਂ ਤੇ ਚੱਲ ਕੇ ਆਪਣੇ ਆਚਰਨ ਔਰ ਆਦਰਸ਼ ਨੂੰ ਉੱਚਾ ਕਰਨਾ ਹੈ। ਜੇ ਆਚਰਨ ਉੱਚਾ ਨਹੀਂ, ਆਦਰਸ਼ ਉੱਚਾ ਨਹੀਂ, ਅੰਦਰ ਇਨਸਾਨੀਅਤ ਨਹੀਂ, ਸੱਚ ਦੇ ਨਾਲ ਨਹੀਂ ਜੁੜੇ, ਰੱਬੀ ਰਜ਼ਾ ਵਿੱਚ ਨਹੀਂ ਤੁਰੇ, ਤਾਂ ਫਿਰ ਕਰੋੜਾਂ ਤੀਰਥਾਂ ਤੇ ਵੀ ਜਾਣ ਦਾ ਲਾਭ ਨਹੀਂ। ਸ਼ਲੋਕ ਮਹਿਲਾ ਪੰਜਵਾਂ। ਧਰਨ ਸੁਵੰਨੀ ਖੜ ਰਤਨ ਜੜਾਵੀ, ਹਰ ਪ੍ਰੇਮ ਪੁਰਖ ਮਨ ਉਠਾ। ਉਠਾ ਦਾ ਮਤਲਬ ਵਸਿਆ, ਧਰਨ ਦਾ ਮਤਲਬ ਹੈਗਾ ਧਰਤੀ, ਸਵੰਨੀ ਦਾ ਮਤਲਬ ਸੋਹਣੇ ਰੰਗ ਵਾਲੀ, ਸੋਹਣੇ ਰੰਗ ਵਾਲੀ, ਸਵੰਨੀ ਸੋਹਣੇ ਰੰਗ ਵਾਲੀ। ਖੜ ਦਾ ਮਤਲਬ ਫਸਲ ਵੀ ਹੈ ਔਰ ਖੜ ਦਾ ਮਤਲਬ ਘਾਹ ਵੀ ਹੈ। ਰਤਨ ਜੜਾਵੀ, ਰਤਨ ਜੜਾਵੀ ਦਾ ਅਰਥ ਇੱਥੇ ਭਾਈ ਸਾਹਿਬ ਸਿੰਘ ਜੀ ਨੇ ਲਿਆ ਕਿ ਤਰੇਲ ਦੇ ਨਾਲ ਜੜੀ ਹੋਈ, ਜਿਵੇਂ ਰਤਨ ਜੜੇ ਹੋਣ, ਜਿਵੇਂ ਘਾਹ ਦੇ ਉੱਤੇ ਸਵੇਰੇ ਤਰੇਲ ਪਈ ਹੁੰਦੀ ਨਾ, ਬੜਾ ਸੋਹਣਾ ਲੱਗਦਾ। ਗੁਰੂ ਸਾਹਿਬ ਜੀ ਕਹਿੰਦੇ ਨੇ ਹਰ ਪ੍ਰੇਮ ਪੁਰਖ ਮਨ ਉਠਾ, ਜਿਸ ਮਨ ਦੇ ਅੰਦਰ ਪਿਆਰ ਸਰੂਪ ਰੱਬ ਵਸ ਪੈਂਦਾ ਹੈ। ਰੱਬ ਪਿਆਰ ਸਰੂਪ ਹੈ ਨਾ, ਪ੍ਰੇਮ ਪੁਰਖ ਹੈ, ਪ੍ਰੇਮ ਸਰੂਪ ਹੈ, ਲਵ ਇਜ਼ ਗੋਡ, ਪ੍ਰੇਮ ਹੀ ਪਰਮਾਤਮਾ ਹੈ। ਰੱਬ ਪ੍ਰੇਮ ਸਰੂਪ ਹੈ। ਜਿਹਦੇ ਮਨ ਦੇ ਅੰਦਰ ਪ੍ਰੇਮ ਸਰੂਪ ਪ੍ਰਭੂ ਵਸ ਗਿਆ, ਮਨ ਦਾ ਮਤਲਬ ਮੈਂਟੈਲਿਟੀ, ਸਾਡੀ ਸੋਚ। ਧਰਨ ਸੁਵੰਨੀ ਖੜ ਰਤਨ ਜੜਾਵੀ, ਉਹ ਮਨ, ਉਹ ਹਿਰਦਾ ਰੂਪ ਧਰਤੀ, ਉਹ ਸੋਚ ਇੰਝ ਸੋਹਣੀ ਹੋ ਜਾਂਦੀ ਹੈ ਜਿਵੇਂ ਕਿਸੇ ਸਵੇਰ ਦੇ ਸਮੇਂ ਹਰੀ ਹਰੀ ਘਾਹ ਦੇ ਉੱਤੇ ਤਰੇਲ ਪਈ ਹੁੰਦੀ ਹੈ ਤੇ ਹਰਿਆਵਲ ਭਰੀ ਧਰਤੀ ਸੋਹਣੀ ਲੱਗਦੀ ਹੈ। ਇਸ ਤਰ੍ਹਾਂ ਉਹ ਹਿਰਦਾ
ਸੋਹਣਾ ਹੋ ਜਾਂਦਾ ਹੈ, ਉਹਦੇ ਅੰਦਰ ਸ਼ੁਭ ਗੁਣਾਂ ਦੀ ਹਰਿਆਵਲ ਹੁੰਦੀ ਹੈ, ਔਰ ਉਹਦੇ ਅੰਦਰ ਸ਼ੁਭ ਗੁਣਾਂ ਦੀ ਚਮਕ ਹੁੰਦੀ ਹੈ, ਉਹਦੇ ਅੰਦਰ ਪਾਣੀ ਵਾਲੀ ਸ਼ੁੱਧਤਾ ਹੈ, ਉਹਦੇ ਅੰਦਰ ਪਾਣੀ ਵਾਲੀ ਨਿਮਰਤਾ ਹੈ, ਉਹਦੇ ਅੰਦਰ ਪਾਣੀ ਵਾਲੀ ਸ਼ਾਂਤੀ ਹੈ, ਔਰ ਉਹਦੇ ਅੰਦਰ ਵਨਸਪਤੀ ਵਾਲੀ ਹਰਿਆਵਲ ਹੈ। ਜਿਹਦੇ ਹਿਰਦੇ ਦੇ ਅੰਦਰ ਪ੍ਰੇਮ ਵਸ ਗਿਆ, ਉਹ ਧਰਤੀ, ਉਹ ਹਿਰਦਾ, ਉਹ ਸੋਚ ਸੋਹਣੀ ਹੋ ਜਾਂਦੀ ਹੈ, ਜਿਵੇਂ ਕਿ ਤਰੇਲ ਦੇ ਪੈਣ ਦੇ ਨਾਲ ਫਸਲਾਂ ਜਾਂ ਘਾਹ ਆਦਿਕ ਸੋਹਣਾ ਲੱਗਦਾ। ਸਭੇ ਕਾਜ ਸੁਹੇਲੜੇ ਥੀਏ। ਸੁਹੇਲੜੇ ਦਾ ਮਤਲਬ ਸੌਖੇ, ਸੁਖ ਦੇਣ ਵਾਲੇ। ਤੁਠਾ ਦਾ ਮਤਲਬ ਤਰੁੱਠਿਆ, ਪ੍ਰਸੰਨ ਹੋਇਆ। ਜਿਸ ਮਨੁੱਖ ਉੱਤੇ ਗੁਰੂ ਨਾਨਕ ਤਰੁੱਠਦਾ ਹੈ, ਉਹਦੇ ਸਾਰੇ ਕੰਮ ਸੌਖੇ ਹੋ ਜਾਂਦੇ। ਜਿਹਦੇ ਤੇ ਗੁਰੂ ਦੀ ਪ੍ਰਸੰਨਤਾ ਹੋਈ, ਉਹਦੇ ਸਾਰੇ ਕੰਮ ਸੌਖੇ ਸੁਹੇਲੇ ਹੋ ਜਾਂਦੇ ਨੇ, ਸੁਖ ਦੇਣ ਵਾਲੇ ਹੋ ਜਾਂਦੇ ਨੇ। ਹੁਣ ਗੁਰੂ ਦੀ ਕਿਰਪਾ ਦਾ ਮਤਲਬ ਜਿਹਨੇ ਗੁਰੂ ਦਾ ਗਿਆਨ ਹਾਸਲ ਕੀਤਾ ਹੈ, ਜਿਹਨੇ ਗੁਰੂ ਦੀ ਮੱਤ ਹਾਸਲ ਕੀਤੀ ਹੈ, ਜਿਹਨੇ ਆਪਣੀ ਮੱਤ ਨੂੰ ਛੱਡ ਕੇ ਗੁਰੂ ਦੇ ਦੱਸੇ ਰਾਹਾਂ ਨੂੰ ਅਪਣਾਇਆ ਹੈ, ਉਹਦੇ ਸਾਰੇ ਹੀ ਕੰਮ ਸੁਹੇਲੜੇ ਹੋ ਜਾਂਦੇ ਨੇ, ਸੁਖ ਦੇਣ ਵਾਲੇ ਹੋ ਜਾਂਦੇ ਨੇ। ਕਿਉਂਕਿ ਉਹਨੇ ਕੋਈ ਐਸਾ ਕੰਮ ਕਰਨਾ ਹੀ ਨਹੀਂ ਹੁੰਦਾ ਜਿਹਦੇ ਚੋਂ ਦੁੱਖ ਉਪਜੇ। ਮਿਸਾਲ ਵਜੋਂ ਨਸ਼ੇ ਪੀਣ ਦੇ ਨਾਲ ਸਾਡਾ ਸਰੀਰ ਖਰਾਬ ਹੁੰਦਾ ਨਾ, ਤੇ ਜਿਹਦੇ ਤੇ ਗੁਰੂ ਦੀ ਪ੍ਰਸੰਨਤਾ ਹੈ, ਜਿਹਨੇ ਗੁਰੂ ਦੇ ਆਸੇ ਅਨੁਸਾਰ ਜ਼ਿੰਦਗੀ ਜੀ ਰਿਹਾ ਹੈ, ਉਹਨੇ ਨਸ਼ੇ ਪੀਣੇ ਹੀ ਨਹੀਂ। ਝੂਠ ਬੋਲਣ ਨਾਲ, ਕਰੈਕਟਰਲੈਸ ਹੋਣ ਨਾਲ, ਲੱਭ ਲੋਭ ਕਰਕੇ ਸਾਡੀ ਬਦਨਾਮੀ ਵੀ ਹੁੰਦੀ ਹੈ, ਦੁੱਖ ਵੀ ਹੁੰਦਾ ਹੈ, ਅਸ਼ਾਂਤੀ ਵੀ ਹੁੰਦੀ ਹੈ, ਰਿਸ਼ਤੇ ਨਾਤੇ ਵੀ ਟੁੱਟਦੇ ਨੇ, ਦੁੱਖ ਵੀ ਪੈਦਾ ਹੁੰਦਾ ਹੈ। ਤੇ ਜੋ ਗੁਰੂ ਦੇ ਗਿਆਨ ਦਾ ਧਾਰ ਨਹੀਂ, ਉਹਨੇ ਕੰਮ ਕਰਨਾ ਹੀ ਨਹੀਂ। ਉਹ ਉੱਚੇ ਆਚਰਨ ਵਾਲਾ ਹੈ, ਸੱਚ ਬੋਲਣ ਵਾਲਾ ਹੈ, ਪਿਆਰ ਨਾਲ ਰਹਿਣ ਵਾਲਾ ਹੈ, ਇਮਾਨਦਾਰੀ ਨਾਲ ਜ਼ਿੰਦਗੀ ਜੀ ਰਿਹਾ ਹੈ, ਤਾਂ ਉਹਦੇ ਹਰ ਕਾਰਜ ਦੇ ਵਿੱਚੋਂ ਹੀ ਸੁੱਖ ਉਪਜੇਗਾ। ਇਸ ਲਈ ਜੇ ਅਸੀਂ ਚਾਹੁੰਦੇ ਹਾਂ ਕਿ ਸਾਡੀ ਜ਼ਿੰਦਗੀ ਦੇ ਹਰ ਕਾਰਜ ਵਿੱਚੋਂ ਸੁੱਖ ਉਪਜੇ, ਤਾਂ ਫਿਰ ਸਾਨੂੰ ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜੀਣੀ ਚਾਹੀਦੀ ਹੈ। ਸਭੇ ਕਾਜ ਸੁਹੇਲੜੇ ਥੀਏ, ਗੁਰੂ ਨਾਨਕ ਸਤਿਗੁਰ ਤੁਠਾ। ਜਿਨ੍ਹਾਂ ਤੇ ਗੁਰੂ ਨਾਨਕ ਤੁਠੇ, ਜਿਨ੍ਹਾਂ ਤੇ ਗੁਰੂ ਨੇ ਰਹਿਮਤ ਕੀਤੀ, ਗੁਰੂ ਨੇ ਗਿਆਨ ਦੀ ਦਾਤ ਦਿੱਤੀ, ਉਹਨਾਂ ਦੇ ਸਾਰੇ ਕਾਰਜ ਹੀ ਰਾਸ ਹੋ ਗਏ, ਸੌਖੇ ਹੋ ਗਏ, ਸੁਹੇਲੇ ਹੋ ਗਏ। ਮਹਿਲਾ ਪੰਜਵਾਂ। ਫਿਰਦੀ ਫਿਰਦੀ ਦਹਿ ਦਿਸਾਂ, ਜਲ ਪਰਬਤ ਬਨ ਰਾਏ। ਦਹਿ ਦਿਸਾਂ ਦਾ ਮਤਲਬ 10 ਪਾਸਿਆਂ ਵੱਲ, 10 ਪਾਸੀ। 10 ਦਿਸ਼ਾ ਕਿਹੜੀਆਂ ਨੇ? ਉੱਤਰ, ਪੂਰਬ, ਪੱਛਮ, ਦਕਸ਼ਿਣ, ਔਰ 4 ਇਹਨਾਂ ਦੇ ਕੋਨੇ, ਇੱਕ ਥੱਲੇ ਔਰ ਇੱਕ ਉੱਤੇ। 10 ਦਿਸ਼ਾ ਮਤਲਬ ਹਰ ਪਾਸੇ। ਇੱਲ ਜਿਹੜੀ ਹੈ ਨਾ, ਉੱਡਦੀ ਹੈ 10 ਦਿਸ਼ਾਵਾਂ ਵਿੱਚ, ਅਸਮਾਨ ਵਿੱਚ ਇੱਲ ਉੱਡਦੀ ਹੈ, ਫਿਰਦੀ ਫਿਰਦੀ ਰਹਿ ਦਿਸਾਂ, ਕਿ 10 ਪਾਸੀ ਜਲ ਪਰਬਤ ਬਨ ਰਾਏ। ਪਹਾੜਾਂ ਤੇ, ਵਨਸਪਤੀ ਤੇ, ਪਾਣੀ ਦੇ ਉੱਤੇ ਇੱਲ ਉੱਡਦੀ ਹੈ ਨਾ। ਥੱਲੇ ਪਾਣੀ ਦੇ ਵਿੱਚ ਛੱਪੜ ਭਰੇ ਨੇ, ਨਦੀ ਵੀ ਹੈ, ਸਮੁੰਦਰ ਵੀ ਹੈ, ਵਨਸਪਤੀ ਵੀ ਹੈ, ਪਰਬਤ ਵੀ ਨੇ, ਇੱਲ ਉੱਤੇ ਉੱਡ ਰਹੀ ਹੈ। ਲੇਕਿਨ ਜਿੱਥੇ ਡਿੱਠਾ ਮ੍ਰਿਤਕੋ, ਇੱਲ ਬਹੀਥੀ ਆਏ। ਮ੍ਰਿਤਕ ਦਾ ਮਤਲਬ ਮੁਰਦਾਰ, ਲਾਸ਼ ਕਿਸੇ ਪਸ਼ੂ ਦੀ। ਇੱਲ ਬਹੀਥੀ ਆਏ ਦਾ ਮਤਲਬ ਇੱਲ ਉੱਥੇ ਆਣ ਕੇ ਡਿੱਗ ਪੈਂਦੀ। ਸਮੁੰਦਰ ਦੇ ਕਿਨਾਰੇ ਨਹੀਂ ਉਤਰੀ, ਵਨਸਪਤੀ ਤੇ ਨਹੀਂ ਉਤਰੀ, ਪਹਾੜ ਤੇ ਨਹੀਂ ਉਤਰੀ, ਉੱਡ ਰਹੀ ਹੈ। ਉਡਾਰੀ ਬੜੀ ਉੱਚੀ ਹੈ ਤੇ ਨਜ਼ਰ ਬੜੀ ਨੀਵੀਂ ਹੈ। ਇੱਲ ਦੀ ਨਜ਼ਰ ਬਹੁਤ ਤਿੱਖੀ ਹੈ। ਜਿੱਥੇ ਉਹ ਲਾਸ਼ ਵੇਖੇਗੀ ਨਾ, ਮਰਿਆ ਹੋਇਆ ਕੋਈ ਜਾਨਵਰ, ਭਾਵੇਂ ਕੁੱਤਾ ਬਿੱਲੀ ਮਰਿਆ ਹੈ, ਵੱਡਾ ਜਾਨਵਰ ਹੈ, ਨਿੱਕਾ ਹੈ, ਸੱਪ ਹੈ, ਚੂਹਾ ਹੈ, ਜਿੱਥੇ ਉਹਨੂੰ ਲਾਸ਼ ਦਿਸੀ ਨਹੀਂ, ਮੁਰਦਾਰ ਦਿਸਿਆ ਨਹੀਂ, ਉੱਥੇ ਉਹਨੇ ਡਿੱਗ ਪੈਣਾ, ਮੁਰਦਾਰ ਖਾਣਾ ਹੈ। ਇੱਲ ਨੇ ਜਿੱਥੇ ਮੁਰਦਾਰ ਵੇਖਿਆ, ਉੱਥੇ ਆ ਬੈਠੀ। ਇਹ ਹਾਲ ਉਸ ਮਨੁੱਖ ਦਾ ਹੈ ਜਿਹਨੇ ਪ੍ਰਭੂ ਨੂੰ ਵਿਸਾਰਿਆ ਹੈ। ਇੱਲ ਨੂੰ ਤੇ ਕੁਦਰਤ ਨੇ ਬਣਾਇਆ ਹੀ ਐਸਾ ਨਾ, ਉਹਦੀ ਇੱਕ ਮਿਸਾਲ ਲੈ ਰਹੇ। ਇਹ ਹਾਲ ਉਸ ਮਨੁੱਖ ਦਾ ਹੈ ਜਿਹਨੇ ਪ੍ਰਭੂ ਨੂੰ ਵਿਸਾਰ ਦਿੱਤਾ ਹੈ, ਜਿਹਨੇ ਸੱਚ ਨੂੰ ਵਿਸਾਰ ਦਿੱਤਾ ਹੈ। ਉਹ ਵੀ ਉੱਥੇ ਆਣ ਕੇ ਡਿੱਗੇਗਾ ਜਿੱਥੇ ਝੂਠ ਹੋਏਗਾ, ਫਰੇਬ ਹੋਏਗਾ, ਕਰੈਕਟਰ ਤੋਂ ਗਿਰਨ ਦੀ ਜਿੱਥੇ ਗੁੰਜਾਇਸ਼ ਹੋਏਗੀ, ਵਿਕਾਰਾਂ ਦੇ ਵਿੱਚ ਆਣ ਕੇ ਡਿੱਗੇਗਾ। ਇਹ ਉਹਦੀ ਬਿਰਤੀ ਹੈ। ਹੁਣ ਇੱਲ ਦੀ ਉਡਾਰੀ ਬੜੀ ਉੱਚੀ ਹੈ, ਪਰ ਨਜ਼ਰ ਬੜੀ ਨੀਵੀਂ ਹੈ। ਇਸੇ ਤਰ੍ਹਾਂ ਧਰਮ ਦੀ ਦੁਨੀਆ ਦੇ ਅੰਦਰ ਕੋਈ ਫਿਲਾਸਫੀ ਦੀਆਂ ਗੱਲਾਂ ਤਾਂ ਬਹੁਤ ਉੱਚੀਆਂ ਕਰ ਰਿਹਾ, ਫਿਲਾਸਫਰ ਹੈ ਬੜਾ ਵੱਡਾ, ਵਿਦਵਾਨ ਹੈ ਬਹੁਤ ਵੱਡਾ, ਕੱਪੜੇ ਬੜੇ ਚੰਗੇ ਪਾਏ ਨੇ, ਗੱਲਾਂ ਬਹੁਤ ਉੱਚੀਆਂ ਕਰ ਰਿਹਾ ਹੈ, ਪਰ ਡਿੱਗਦਾ ਕਿੱਥੇ ਹੈ? ਵਿਕਾਰਾਂ ਤੇ। 5 ਪੌਂਡਾਂ ਪਿੱਛੇ ਆਪਣਾ ਦੀਨ ਗੁਆ ਦਿੰਦਾ ਹੈ।
ਪੈਸੇ ਪੈਸੇ ਪਿੱਛੇ ਲੋਕ ਬੇਈਮਾਨ ਹੋ ਜਾਂਦੇ ਨੇ। ਇਸੇ ਨੂੰ ਕਹਿੰਦੇ ਨੇ ਇੱਲ ਦੀ ਤਰ੍ਹਾਂ ਮੁਰਦਾਰ ਦੇ ਉੱਤੇ ਡਿੱਗਣਾ, ਵਿਸ਼ੇ ਵਿਕਾਰਾਂ ਦੇ ਉੱਤੇ ਡਿੱਗਣਾ। ਤਾਂ ਜੋ ਬਾਹਰੀ ਜ਼ਿੰਦਗੀ ਹੈ, ਬਾਹਰੀ ਗੱਲਾਂ ਨੇ, ਬਾਹਰੀ ਪਹਿਨਾਵਾ ਹੈ, ਉਹ ਜਿੰਨਾ ਮਰਜ਼ੀ ਤੁਸੀਂ ਚੰਗਾ ਬਣਾ ਲਓ, ਗੱਲਾਂ ਜਿੰਨੀਆਂ ਮਰਜ਼ੀ ਚੰਗੀਆਂ ਕਰ ਲਓ, ਜੇ ਕਰਮ ਔਰ ਕਰਤੂਤ ਚੰਗੇ ਨਹੀਂ ਹਨ ਤਾਂ ਫਿਰ ਇਹਦਾ ਕੋਈ ਲਾਭ ਨਹੀਂ। ਤਾਂ ਜੋ ਰੱਬ ਨਾਲੋਂ, ਸੱਚ ਨਾਲੋਂ, ਗੁਣਾਂ ਨਾਲੋਂ ਟੁੱਟਿਆ ਹੋਇਆ ਹੈ, ਉਹਦਾ ਹਾਲ ਇੱਲ ਵਰਗਾ ਹੁੰਦਾ ਹੈ। ਚਾਰ ਚਫੇਰੇ ਘੁੰਮ ਘੁਮਾ ਕੇ ਡਿੱਗਣਾ ਉਹਨੇ ਕਿਤੇ ਨਾ ਕਿਤੇ ਵਿਕਾਰ ਤੇ ਹੁੰਦਾ ਹੈ, ਕੋਈ ਨਾ ਕੋਈ ਉਹਨੇ ਅਸ਼ਾਂਤੀ ਵਾਲੀ ਗੱਲ ਹੀ ਕਰਨੀ ਹੁੰਦੀ। ਪੌੜੀ, ਜਿਸ ਸਰਬ ਸੁਖਾਂ ਫਲ ਲੋੜੀਐ ਸੋ ਸੱਚ ਕਮਾਵੋ। ਇਹਨੂੰ ਕਮਾਵੋ ਨਹੀਂ ਪੜਨਾ, ਕਮਾਵੋ। ਜੇ ਕਮਾਵੋ ਹੁੰਦਾ ਨਾ ਕਿ ਤੁਸੀਂ ਕਮਾਓ, ਫਿਰ ਇੱਥੇ ਊੜੇ ਦੀ ਜਗ੍ਹਾ ਤੇ ਹਾਹਾ ਹੋਣਾ ਸੀ ਤੇ ਥੱਲੇ ਔਂਕੜ ਲੱਗਾ ਹੋਣਾ ਸੀ। ਕਮਾਵੋ, ਤੁਸੀਂ ਕਮਾਓ। ਜਿਸ ਦਾ ਮਤਲਬ ਜਿਸ ਕੋਲੋਂ, ਸਰਬ ਸੁਖਾਂ ਦਾ ਮਤਲਬ ਸਾਰੇ ਫਲ, ਲੋੜੀਆਂ ਦਾ ਮਤਲਬ ਮੰਗੀ ਦੇ ਨੇ ਜਾਂ ਮਿਲਦੇ ਨੇ। ਸੋ ਸੱਚ ਕਮਾਵੋ, ਤਾਂ ਗੁਰੂ ਜੀ ਕਹਿੰਦੇ ਨੇ ਮੈਂ ਉਸ ਸੱਚ ਨੂੰ ਕਮਾਵਾਂ ਜਿਸ ਪਾਸੋਂ ਸਾਰੇ ਸੁੱਖ ਔਰ ਸਾਰੇ ਫਲ ਮੰਗੀ ਦੇ ਨੇ। ਰੱਬ ਤੋਂ ਮੰਗਦੇ ਆ ਨਾ ਸਾਰੇ ਸੁੱਖ, ਸਾਰੇ ਫਲ ਰੱਬ ਤੋਂ ਹੀ ਮੰਗੀ ਦੇ ਨੇ, ਰੱਬ ਤੋਂ ਹੀ ਮਿਲਦੇ ਨੇ, ਰੱਬੀ ਰਜ਼ਾ ਵਿੱਚ ਮਿਲਦੇ ਨੇ। ਸੋ ਸੱਚ ਕਮਾਵੋ, ਗੁਰੂ ਜੀ ਕਹਿੰਦੇ ਨੇ ਮੈਂ ਉਸ ਸੱਚ ਦੀ ਕਮਾਈ ਕਰਾਂ। ਜਿੰਨੇ ਵੀ ਸੁੱਖ ਨੇ, ਆਰਾਮ ਨੇ, ਆਨੰਦ ਨੇ, ਉਹ ਰੱਬੀ ਗੁਣਾਂ ਦੇ ਧਾਰਨੀ ਹੋਣ ਕਰਕੇ ਨੇ, ਸੱਚ ਕਰਕੇ ਨੇ। ਸੱਚ ਸਭਨਾ ਹੋਈ ਦਾਰੂ, ਪਾਪ ਕੱਢੇ ਥੂ। ਇਸ ਲਈ ਜਿਸ ਪ੍ਰਭੂ ਤੋਂ ਸਾਰੇ ਸੁੱਖ ਔਰ ਫਲ ਮੰਗੀ ਦੇ ਨੇ, ਮੈਂ ਉਹਨੂੰ ਕਮਾਵਾਂ, ਉਹਦੇ ਗੁਣਾਂ ਦਾ ਧਾਰਨੀ ਹੋਵਾਂ, ਉਹਦੀ ਰਜ਼ਾ ਦੇ ਵਿੱਚ ਤੁਰਾਂ। ਭਗਤ ਕਬੀਰ ਜੀ ਨੇ ਬੜੇ ਪਿਆਰ ਨਾਲ ਸਮਝਾਇਆ ਹੈ। ਕਹਿਣ ਲੱਗੇ ਕਬੀਰ, ਕਾਮ ਪਰੇ ਹਰ ਸਿਮਰਿਐ ਐਸਾ ਸਿਮਰੋ ਨਿਤ, ਅਮਰਾਪੁਰ ਵਾਸਾ ਕਰੋ ਹਰ ਗਿਆ ਬਹੁਰੇ ਬਿਤ। ਕਿ ਜਿਸ ਪ੍ਰਭੂ ਨੂੰ ਕੰਮ ਪੈਣ ਤੇ, ਲੋੜ ਪੈਣ ਤੇ ਯਾਦ ਕਰਦੇ ਹੋ ਕਿ ਰੱਬਾ ਮੇਰੇ ਤੇ ਕਿਰਪਾ ਕਰ, ਮੈਨੂੰ ਇਸ ਮੁਸੀਬਤ ਚੋਂ ਕੱਢ ਜਾਂ ਕੁਛ, ਜਿਹਨੂੰ ਕੰਮ ਪੈਣ ਤੇ ਯਾਦ ਕਰਨਾ ਹੈ ਉਹਨੂੰ ਹਮੇਸ਼ਾ ਹੀ ਯਾਦ ਰੱਖੋ। ਜਿਸ ਰਿਸ਼ਤੇਦਾਰ ਸੱਜਣ ਮਿੱਤਰ ਕੋਲ ਕੰਮ ਪੈਣ ਤੇ, ਲੋੜ ਪੈਣ ਤੇ ਜਾਂਦੇ ਹੋ, ਆਪਣਾ ਸੰਬੰਧ ਬਣਾਉਂਦੇ ਹੋ, ਉਹਦੇ ਨਾਲ ਹਮੇਸ਼ਾ ਹੀ ਸੰਬੰਧ ਬਣਾ ਕੇ ਰੱਖੋ। ਉਹਦੇ ਨਾਲ ਕੀ ਹੋਏਗਾ? ਅਮਰਾਪੁਰ ਵਾਸਾ ਕਰੋ। ਅਮਰਾਪੁਰ ਦਾ ਮਤਲਬ ਅਮਰਪੁਰੀ ਵਿੱਚ, ਜਿੱਥੇ ਕਦੇ ਮੌਤ ਨਹੀਂ ਆਉਂਦੀ, ਆਤਮਕ ਮੌਤ, ਆਤਮਕ ਜ਼ਿੰਦਗੀ ਜੀਵੋਗੇ। ਹਰ ਗਿਆ ਬਹੋਰੇ ਬਿੱਤ, ਬਿੱਤ ਦਾ ਮਤਲਬ ਜੋ ਆਤਮਕ ਜੀਵਨ ਲਿਆਉਣ ਵਾਲੀ ਤਾਕਤ ਤੁਹਾਡੀ ਗਵਾਚ ਗਈ, ਰੱਬ ਤੁਹਾਨੂੰ ਤੁਹਾਡੀ ਤਾਕਤ ਵਾਪਸ ਕਰ ਦੇਗਾ। ਤੁਹਾਡੇ ਕੋਲੋਂ ਤਾਕਤ ਵਾਪਸ ਆ ਜਾਏਗੀ, ਤੁਸੀਂ ਚੰਗੀ ਜ਼ਿੰਦਗੀ ਜੀ ਸਕੋਗੇ। ਇਸ ਲਈ ਜਿਹਦੇ ਕੋਲੋਂ ਅਸੀਂ ਸਾਰੇ ਸੁੱਖ ਔਰ ਫਲ ਲੋੜ ਦੇ ਮੰਗਦੇ ਹਾਂ, ਸੋ ਸੱਚ ਕਮਾਵੋ। ਗੁਰੂ ਜੀ ਕਹਿੰਦੇ ਨੇ ਮੈਂ ਉਸ ਸੱਚ ਨੂੰ ਕਮਾਉਂਦਾ ਹਾਂ, ਮੈਂ ਉਸ ਸੱਚ ਦੀ ਸ਼ਰਨ ਵਿੱਚ ਹਾਂ, ਮੈਂ ਉਹ ਰੱਬੀ ਗੁਣਾਂ ਨੂੰ ਗਾਉਂਦਾ ਹਾਂ। ਇਸ ਲਈ ਸੱਚ ਨੂੰ ਹਮੇਸ਼ਾ ਯਾਦ ਰੱਖੋ, ਰੱਬੀ ਗੁਣਾਂ ਨੂੰ ਹਮੇਸ਼ਾ ਯਾਦ ਰੱਖੋ। ਨੇੜੇ ਦੇਖੋ ਪਾਰ ਬ੍ਰਹਮ, ਇੱਕ ਨਾਮ ਧਿਆਵੋ। ਨੇੜੇ ਦੇਖੋ, ਇਹਨੂੰ ਦੇਖੋ ਨਹੀਂ ਪੜਨਾ, ਦੇਖੋ ਮੈਂ ਵੇਖਾਂ, ਧਿਆਵੋ ਮੈਂ ਧਿਆਵਾਂ, ਮੈਂ ਉਸ ਪਾਰ ਬ੍ਰਹਮ ਨੂੰ ਆਪਣੇ ਅੰਗ ਸੰਗ ਵੇਖਾਂ। ਔਰ ਨਾਮ ਦਾ ਮਤਲਬ ਹੁਕਮ, ਧਿਆਵਾਂ ਦਾ ਮਤਲਬ ਧਿਆਨ ਵਿੱਚ ਰੱਖਾਂ। ਮੈਂ ਉਹਦੇ ਹੁਕਮ ਨੂੰ ਆਪਣੇ ਧਿਆਨ ਵਿੱਚ ਰੱਖਾਂ ਔਰ ਮੈਂ ਰੱਬ ਨੂੰ ਹਮੇਸ਼ਾ ਨੇੜੇ ਵੇਖਾਂ। ਹੁਣ ਰੱਬ ਨੂੰ ਨੇੜੇ ਵੇਖਣਾ ਸੀ ਅੰਗ ਸੰਗ, ਪਰ ਅਸੀਂ ਵੇਖਦੇ ਨਹੀਂ, ਕਿਉਂਕਿ ਸਾਡੇ ਵਾਸਤੇ ਇੱਕ ਬੜੀ ਪ੍ਰੋਬਲਮ ਖੜੀ ਹੋ ਜਾਂਦੀ ਹੈ। ਜਦੋਂ ਅਸੀਂ ਰੱਬ ਨੂੰ ਨੇੜੇ ਵੇਖਦੇ ਆ ਨਾ, ਤਾਂ ਬੜੀ ਵੱਡੀ ਮੁਸੀਬਤ ਖੜੀ ਹੋ ਜਾਂਦੀ ਹੈ। ਹੁਣ ਜੇ ਅਸੀਂ ਕਹਿੰਦੇ ਆ ਤੇ ਹੈ ਵੀ ਰੱਬ ਸਾਡੇ ਅੰਗ ਸੰਗ ਰਹੇ, ਪਰ ਜੇ ਸਾਡੇ ਰੱਬ ਅੰਗ ਸੰਗ ਰਹਿਣ ਲੱਗ ਗਿਆ ਤੇ ਮੁਸੀਬਤ ਕੌਣ ਸਹਿੜੇ? ਬੜੀ ਵੱਡੀ ਮੁਸੀਬਤ ਹੈ ਨਾ। ਮੇਰੀਆਂ ਅੱਖਾਂ ਦੇ ਨਾਲ ਰੱਬ ਹੋਵੇ, ਜੇ ਮੈਂ ਫੀਲ ਕਰਾਂ ਵੀ ਰੱਬ ਮੇਰੀਆਂ ਅੱਖਾਂ ਦੇ ਨਾਲ ਹੈ, ਤਾਂ ਫਿਰ ਕੀ ਇਹਨਾਂ ਅੱਖਾਂ ਨਾਲ ਮੈਂ ਬੇਗਾਨੀ ਔਰਤ ਨੂੰ ਮਾੜੀ ਨਜ਼ਰ ਨਾਲ ਵੇਖ ਪਾਵਾਂਗਾ? ਤੇ ਸਾਡੇ ਵਾਸਤੇ ਤੇ ਬੜੀ ਵੱਡੀ ਮੁਸੀਬਤ ਹੋ ਜਾਏਗੀ ਨਾ। ਅਸੀਂ ਤੇ ਝਾਕਣੋਂ ਉੱਡਣਾ ਹੀ ਨਹੀਂ ਹੈਗਾ। ਰੱਬ ਮੇਰੀ ਜ਼ਬਾਨ ਦੇ ਨਾਲ ਹੋਵੇ ਤਾਂ ਕੀ ਮੈਂ ਕਿਸੇ ਨੂੰ ਗਾਲਾਂ ਕੱਢਾਂਗਾ, ਈਰਖਾ ਕਰਾਂਗਾ, ਝੂਠ ਬੋਲਾਂਗਾ, ਹੰਕਾਰ ਵਾਲੇ ਬੋਲ ਬੋਲਾਂਗਾ? ਹੁਣ ਸਾਨੂੰ ਤੇ ਰੋਟੀ ਨਹੀਂ ਪਚਦੀ ਜਦ ਤੱਕ ਅਸੀਂ ਕਿਸੇ ਦੀ ਬੇਇੱਜ਼ਤੀ ਨਾ ਕਰ ਲਈਏ, ਕਿਸੇ ਨੂੰ ਨੀਵਾਂ ਨਾ ਦਿਖਾ ਲਈਏ। ਮੁਸੀਬਤ ਖੜੀ ਹੋ ਗਈ ਨਾ।
ਕੰਨਾਂ ਦੇ ਨਾਲ ਮੈਂ ਰੱਬ ਨੂੰ ਵੇਖਾਂ ਵੀ ਰੱਬ ਮੇਰੇ ਕੰਨਾਂ ਨਾਲ ਬੈਠਾ ਹੈ, ਤਾਂ ਮੇਰੇ ਲਈ ਤੇ ਮੁਸੀਬਤ ਹੋ ਜਾਣੀ ਹੈ। ਫਿਰ ਮੈਂ ਤੁਹਾਡੀ ਬਦਨਾਮੀ ਕਿਵੇਂ ਸੁਣਾ, ਫਿਰ ਮੈਂ ਕਿਸੇ ਦੀ ਨਿੰਦਿਆ ਕਿਵੇਂ ਸੁਣਾ? ਮੇਰੇ ਹੱਥਾਂ ਨਾਲ ਰੱਬ ਹੈ ਤੇ ਫਿਰ ਮੈਂ ਰਿਸ਼ਵਤ ਕਿਵੇਂ ਲਵਾਂ? ਮੁਸੀਬਤ ਖੜੀ ਕਰ ਹੋ ਗਈ ਨਾ। ਲੋਕ ਆਪਣੇ ਲਈ ਮੁਸੀਬਤ ਨਹੀਂ ਖੜੀ ਕਰਨਾ ਚਾਹੁੰਦੇ, ਕਿਉਂਕਿ ਮਾੜੀ ਜ਼ਿੰਦਗੀ ਛੱਡਣਾ ਹੀ ਨਹੀਂ ਚਾਹੁੰਦੇ, ਮਾੜੀ ਜ਼ਿੰਦਗੀ ਛੱਡਣੀ ਪਵੇਗੀ। ਇਸ ਲਈ ਗੁਰੂ ਸਾਹਿਬ ਜੀ ਕਹਿੰਦੇ ਨੇ, ਨੇੜੇ ਦੇਖੋ ਪਾਰ ਬ੍ਰਹਮ। ਮੈਂ ਪਾਰ ਬ੍ਰਹਮ ਨੂੰ ਨੇੜੇ ਦੇਖਦਾ ਹਾਂ, ਅੰਗ ਸੰਗ ਦੇਖਦਾ ਹਾਂ। ਇੱਕ ਨਾਮ ਧਿਆਵੋ, ਮੈਂ ਇੱਕ ਰੱਬ ਦੇ ਨਾਮ ਨੂੰ ਧਿਆਉਂਦਾ ਹਾਂ, ਭਾਵ ਉਹਦੇ ਹੁਕਮ ਦੇ ਵਿੱਚ ਜ਼ਿੰਦਗੀ ਜੀਂਦਾ ਹਾਂ, ਉਹਦੇ ਹੁਕਮ ਨੂੰ ਹਮੇਸ਼ਾ ਯਾਦ ਰੱਖਦਾ ਹਾਂ। ਮੇਰੇ ਚੇਤੇ ਵਿੱਚ ਰੱਬ ਦਾ ਹੁਕਮ। ਜੇ ਹੁਣ ਅਸੀਂ ਨਾਮ ਧਿਆਈਏ ਦਾ ਮਤਲਬ ਧਿਆਨ ਵਿੱਚ ਰੱਖੀਏ, ਨਾਮ ਦਾ ਮਤਲਬ ਹੁਕਮ। ਜੇ ਸਾਡੇ ਧਿਆਨ ਦੇ ਵਿੱਚ ਹੁਕਮ ਹੋਵੇ ਤੇ ਫਿਰ ਸਾਨੂੰ ਹੁਕਮ ਵਿੱਚ ਤੁਰਨਾ ਪੈਣਾ ਨਾ। ਹੁਕਮ ਵਿੱਚ ਬੰਦਾ ਤੁਰਨਾ ਨਹੀਂ ਚਾਹੁੰਦਾ। ਤਾਂ ਗੁਰੂ ਜੀ ਕਹਿ ਰਹੇ ਨੇ, ਪਿਆਰਿਓ, ਜੇ ਤੁਸੀਂ ਆਪਣੇ ਜੀਵਨ ਨੂੰ ਬਦਲਣਾ ਚਾਹੁੰਦੇ ਹੋ ਫਿਰ ਇਹ ਕੰਮ ਕਰੋ। ਸਾਰੇ ਸੁੱਖ ਜੇਕਰ ਤੁਸੀਂ ਚਾਹੁੰਦੇ ਹੋ, ਜਿਸ ਸਰਬ ਸੁੱਖਾਂ ਫਲ ਲੋੜੀਆਂ। ਦੇਖੋ, ਸਾਰੇ ਸੁੱਖ ਪਾਣ ਦਾ ਸਾਧਨ ਦੱਸਦੇ ਨੇ ਪਏ ਕਿ ਸੱਚ ਕਮਾਵਾਂ ਮੈਂ, ਉਹਨੂੰ ਨੇੜੇ ਵੇਖਾਂ ਔਰ ਉਹਦੇ ਹੁਕਮ ਨੂੰ ਮੈਂ ਆਪਣੇ ਧਿਆਨ ਵਿੱਚ ਵਸਾਵਾਂ। ਇਹ ਸਾਰੇ ਸੁੱਖ ਪਾਣ ਦਾ ਸਾਧਨ ਦੱਸਦੇ ਨੇ ਪਏ। ਹੋਏ ਸਗਲ ਕੀ ਰੇਣੁਕਾ ਹਰ ਸੰਗ ਸਮਾਵੋ। ਰੇਣੂਕਾ ਦਾ ਮਤਲਬ ਚਰਨ ਧੂੜ। ਮੈਂ ਸਾਰਿਆਂ ਦੀ ਚਰਨ ਧੂੜ ਬਣਿਆ ਰਹਾ। ਚਰਨ ਧੂੜ ਦਾ ਮਤਲਬ ਮੈਂ ਸਾਰਿਆਂ ਨਾਲ ਨਿਮਰਤਾ ਨਾਲ ਬੋਲਾਂ। ਵੀਰ ਜੀ, ਭੈਣ ਜੀ ਕਰਕੇ, ਬੇਟਾ ਜੀ, ਪੁੱਤਰ ਜੀ ਕਰਕੇ, ਬਾਪੂ ਜੀ ਕਰਕੇ, ਨਿਮਰਤਾ ਨਾਲ, ਪਿਆਰ ਨਾਲ। ਤੇ ਜੇ ਅਸੀਂ ਨਿਮਰਤਾ ਦੇ ਨਾਲ ਬੋਲੀਏ ਤਾਂ ਗੁਰੂ ਜੀ ਦਾ ਪਾਵਨ ਬਚਨ ਨਾ, ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ। ਜਿੰਨੇ ਵੀ ਗੁਣ ਨੇ, ਜਿੰਨੀਆਂ ਵੀ ਚੰਗਿਆਈਆਂ ਨੇ, ਜ਼ਿੰਦਗੀ ਦਾ ਤੱਤ ਸਾਰ ਹੈ। ਨੀਵੀਂ ਦਾ ਮਤਲਬ ਇਹ ਸਭ ਕੁਝ ਨਿਮਰਤਾ ਦੇ ਵਿੱਚ ਹੈ। ਹੋਏ ਨਿਮਾਣਾ ਜਾਗ ਰਹੋ। ਕਬੀਰ ਗਰਬ ਨਾ ਕੀਜੀਏ ਉੱਚਾ ਦੇਖ ਹਵਾਸ। ਜਾਂ ਕਿਆ ਹੈ ਨਾ ਕਿ ਹਰ ਜਨ ਐਸਾ ਚਾਹੀਏ, ਹੰਕਾਰ ਤਿਆਗ। ਹਰ ਸੰਗ ਸਮਾਵੋ। ਸਮਾਵੋ ਦਾ ਮਤਲਬ ਮੈਂ ਰੱਬ ਦੇ ਵਿੱਚ ਹੀ ਸਮਾ ਜਾਵਾਂ, ਸਾਰਿਆਂ ਦੀ ਚਰਨ ਧੂੜ ਹੋ ਜਾਵਾਂ, ਸਾਰਿਆਂ ਦੇ ਨਾਲ ਨਿਮਰਤਾ ਵਾਲਾ, ਪਿਆਰ ਵਾਲਾ ਵਿਹਾਰ ਕਰਾਂ ਔਰ ਰੱਬ ਦੇ ਵਿੱਚ ਹੀ ਸਮਾ ਜਾਵਾਂ। ਦੇਖੋ ਕਿੰਨਾ ਸੌਖਾ ਸਾਧਨ ਹੈ। ਹੰਕਾਰ ਕਰਨਾ ਔਖਾ ਹੈ, ਨਿਮਰਤਾ ਦੇ ਨਾਲ ਬੋਲਣਾ ਤੇ ਹੈ ਹੀ ਸੌਖਾ ਹੈ, ਪਰ ਅਸੀਂ ਬੋਲਣਾ ਨਹੀਂ ਚਾਹੁੰਦੇ। ਰੱਬ ਦੇ ਵਿੱਚ ਸਮਾਣਾ ਕਿੰਨਾ ਸੌਖਾ ਹੈ, ਪਰ ਅਸੀਂ ਸਮਾਣਾ ਹੀ ਨਹੀਂ ਚਾਹੁੰਦੇ। ਮੈਂ ਤੁਹਾਨੂੰ ਇੱਕ ਨਿੱਕੀ ਜਿਹੀ ਗੱਲ ਸੁਣਾਈ ਸੀ ਨਾ, ਇੱਕ ਬੱਚਾ ਸੀ, ਗਰਮੀ ਦੇ ਵਿੱਚ ਪੈਰ ਸੜ ਰਹੇ ਸਨ, ਉਹ ਕੁਛ ਖਿਡੌਣੇ ਵਗੈਰਾ ਵੇਚਦਾ ਫਿਰਦਾ ਸੀ, ਪੈਰ ਸੜ ਰਹੇ ਸਨ ਗਰਮੀ ਵਿੱਚ, ਵਿਆਹੀਆਂ ਫਟੀਆਂ ਹੋਈਆਂ ਸਨ, ਬੁੱਲ ਫਟੇ ਹੋਏ ਸਨ, ਪੈਰ ਸੜ ਰਹੇ ਸਨ, ਲੂਸ ਰਹੇ ਸਨ। ਤੇ ਇੱਕ ਬੰਦਾ ਆਇਆ, ਉਸਨੇ ਉਸ ਬੱਚੇ ਨੂੰ ਦੁਕਾਨ ਤੇ ਲਿਜਾ ਕੇ ਜੁੱਤੀ ਲੈ ਕੇ ਦਿੱਤੀ। ਬੇਟਾ ਜੁੱਤੀ ਪਾ ਲੈ, ਤੇਰੇ ਪੈਰ ਸੜ ਰਹੇ ਨੇ। ਤੇ ਉਹ ਬੱਚਾ ਨਾ ਬਹੁਤ ਖੁਸ਼ ਹੋਇਆ, ਬੱਚੇ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਕਹਿਣ ਲੱਗਾ, ਅੰਕਲ ਤੁਸੀਂ ਰੱਬ ਹੋ? ਤੂੰ ਰੱਬ ਹੈ? ਕਹਿਣ ਲੱਗਾ, ਨਹੀਂ ਬੇਟਾ, ਨਾ ਨਾ ਨਾ। ਉਹ ਬੰਦਾ ਡਰ ਗਿਆ, ਕਹਿਣ ਲੱਗਾ, ਨਾ ਤੋਬਾ ਮੇਰੀ ਖੁਦਾ ਦੀ ਬੇਟਾ, ਮੈਂ ਰੱਬ ਨਹੀਂ ਹੈਗਾ, ਮੈਂ ਤੇ ਆਮ ਬੰਦਾ ਹਾਂ। ਕਹਿੰਦਾ, ਫਿਰ ਤੂੰ ਰੱਬ ਦਾ ਮਿੱਤਰ ਹੋਏਗਾ, ਰੱਬ ਦਾ ਫਰੈਂਡ ਹੈ ਤੂੰ? ਕਹਿਣ ਲੱਗਾ, ਨਹੀਂ ਮੈਂ ਰੱਬ ਦਾ ਫਰੈਂਡ ਨਹੀਂ। ਕਹਿਣ ਲੱਗਾ, ਨਹੀਂ ਅੰਕਲ ਤੂੰ ਰੱਬ ਦਾ ਫਰੈਂਡ ਹੈ, ਝੂਠ ਬੋਲ ਰਿਹਾ, ਤੂੰ ਰੱਬ ਦਾ ਫਰੈਂਡ ਹੈ। ਕਹਿੰਦਾ, ਕਿਉਂ, ਤੈਨੂੰ ਕਿਵੇਂ ਪਤਾ? ਕਹਿਣ ਲੱਗਾ, ਕੱਲ ਮੈਂ ਰੱਬ ਅੱਗੇ ਅਰਦਾਸ ਕਰ ਰਿਹਾ ਸਾਂ ਵੀ ਰੱਬਾ ਮੇਰੇ ਪੈਰ ਸੜਦੇ ਨੇ, ਮੈਨੂੰ ਜੁੱਤੀ ਲੈ ਦੇ। ਤੇ ਫਿਰ ਤੂੰ ਰੱਬ ਦਾ ਫਰੈਂਡ ਹੈ, ਰੱਬ ਨੇ ਆਪਣੇ ਫਰੈਂਡ ਨੂੰ ਭੇਜਿਆ ਹੋਵੇਗਾ ਨਾ, ਤਾਂ ਮੈਨੂੰ ਅੱਜ ਜੁੱਤੀ ਮਿਲੀ ਹੈ। ਦੇਖੋ ਰੱਬ ਦਾ ਫਰੈਂਡ ਹੋਣਾ ਕਿੰਨਾ ਸੌਖਾ ਹੈ। ਤੂੰ ਬੰਦਾ ਆਪਣੀਆਂ ਅੱਖਾਂ ਵਿੱਚ ਹੰਝੂ ਲੈ ਕੇ ਚਲਾ ਗਿਆ ਔਰ ਸੋਚਦਾ ਜਾ ਰਿਹਾ ਕਿ ਰੱਬ ਦਾ ਫਰੈਂਡ ਹੋਣਾ ਕਿੰਨਾ ਸੌਖਾ ਹੈ ਨਾ। ਲੇਕਿਨ ਬੰਦਾ ਹੋਣਾ ਹੀ ਨਹੀਂ ਚਾਹੁੰਦਾ, ਸਗਲ ਕੀ ਰੇਣੂਕਾ ਹੋਣਾ ਹੀ ਨਹੀਂ ਚਾਹੁੰਦਾ। ਅਸੀਂ ਤਾਂ ਉੱਤੇ ਚੜ ਕੇ ਬਹਿਣਾ ਚਾਹੁੰਦੇ ਹਾਂ, ਸਿਰ ਦੇ ਉੱਤੇ, ਕਿਸੇ ਦੇ ਸਿਰ ਤੇ, ਪੈਰਾਂ ਵਿੱਚ ਬਹਿਣ ਦਾ ਤਾਂ ਸਵਾਲ ਹੀ ਨਹੀਂ। ਇਸ ਲਈ ਕਿੰਨਾ ਸੌਖਾ ਸਾਧਨ ਹੈ ਕਿ ਅਸੀਂ ਨਿਮਰਤਾ ਭਰਿਆ ਮੈਂ ਸਾਰਿਆਂ ਦੇ ਨਾਲ ਵਰਤਾਵ ਕਰਾਂ ਔਰ ਮੈਂ ਰੱਬ ਦੇ ਅੰਦਰ ਸਮਾ ਕੇ ਰੱਬ ਵਰਗਾ ਹੀ ਹੋ ਜਾਵਾਂ। ਦੁੱਖ ਨਾ ਦੇਈ ਕਿਸੇ ਜੀ, ਪਤ ਸਿਉ ਕਰ ਜਾਵਾਂ। ਦੇਈ ਨਹੀਂ ਪੜਨਾ, ਦੇਈ ਮੈਂ ਦੇਵਾਂ। ਦੁੱਖ ਨਾ ਦੇਈ ਕਿਸੇ ਜੀ, ਮੈਂ ਕਿਸੇ ਵੀ ਜੀਵ ਨੂੰ ਦੁੱਖ ਨਾ ਦਿਆਂ, ਮੈਂ ਕਿਸੇ ਵੀ ਜੀਵ ਨੂੰ ਦੁੱਖ ਨਾ ਦਿਆਂ। ਕਿਸੇ ਇਨਸਾਨ ਨੂੰ, ਇਸਤਰੀ ਨੂੰ, ਪੁਰਸ਼ ਨੂੰ, ਮੇਰੇ ਬੋਲਾਂ ਤੋਂ ਕਿਸੇ ਨੂੰ ਦੁੱਖ ਨਾ ਹੋਵੇ, ਮੇਰੇ ਬਿਹੇਵੀਅਰ ਤੋਂ ਦੁੱਖ ਨਾ ਹੋਵੇ, ਮੇਰੀ ਸੋਚ ਤੋਂ ਕਿਸੇ ਨੂੰ ਦੁੱਖ ਨਾ ਹੋਵੇ। ਮੈਂ ਯਤਨ ਕਰਾਂ ਸੁੱਖ ਦੇਣ ਦਾ, ਪਰ ਜੇ ਮੈਂ ਸੁੱਖ ਦੇਣ ਜੋਗਾ ਨਹੀਂ, ਘੱਟ ਤੋਂ ਘੱਟ ਦੁੱਖ ਤੇ ਨਾ ਦਿਆਂ ਨਾ। ਇੰਨਾ ਤਾਂ ਅਸੀਂ ਕਰ ਸਕਦੇ ਹਾਂ। ਅਸੀਂ ਇੱਕ ਦੂਜੇ ਦੀ ਹੈਲਪ ਨਹੀਂ ਕਰ ਸਕਦੇ, ਸਪੋਰਟ ਕਿ ਸਾਡੇ ਕੋਲ ਨਹੀਂ ਸਾਧਨ, ਅਸੀਂ ਸੁੱਖ ਨਹੀਂ ਦੇ ਸਕਦੇ, ਤਾਂ ਇੰਨਾ ਤਾਂ ਕਰ ਸਕਦੇ ਹਾਂ ਨਾ ਕਿ ਅਸੀਂ ਕਿਸੇ ਨੂੰ ਦੁੱਖ ਨਾ ਦੇਵੀਏ। ਭੈੜੇ ਬੋਲ ਹੀ ਨਾ ਬੋਲੋ ਕਿਸੇ ਨੂੰ, ਕਿਸੇ ਦੀ ਨਿੰਦਿਆ ਹੀ ਨਾ ਕਰੋ।
ਕਿਸੇ ਨੂੰ ਮਾੜੇ ਬੋਲ ਬੋਲ ਕੇ ਉਹਦਾ ਦਿਲ ਹੀ ਨਾ ਦੁਖਾਓ, ਇੰਨਾ ਤਾਂ ਕਰ ਸਕਦੇ ਆ। ਦੁੱਖ ਨਾ ਦੇਈ ਕਿਸੇ ਜੀ, ਮੈਂ ਕਿਸੇ ਜੀਵ ਨੂੰ ਦੁੱਖ ਨਾ ਦੇਵਾਂ, ਪਤ ਸਿਉ ਘਰ ਜਾਵਾਂ, ਤੇ ਮੈਂ ਇੱਜ਼ਤ ਦੇ ਨਾਲ ਆਪਣੇ ਘਰ ਚਲਾ ਜਾਵਾਂ, ਪ੍ਰਭੂ ਦੀ ਹਜ਼ੂਰੀ ਵਿੱਚ ਚਲਾ ਜਾਵਾਂ ਇੱਜ਼ਤ ਦੇ ਨਾਲ। ਦੇਖੋ ਕਿੰਨਾ ਸੌਖਾ ਸਾਧਨ ਹੈ ਕਿ ਮੈਂ ਕਿਸੇ ਨੂੰ ਦੁੱਖ ਨਾ ਦਿਆਂ ਤੇ ਇੱਜ਼ਤ ਦੇ ਨਾਲ ਰੱਬ ਦੇ ਘਰ ਵਿੱਚ ਚਲਾ ਜਾਵਾਂ। ਹੁਣ ਇਸ ਤੋਂ ਸੌਖਾ ਸਾਧਨ ਹੋਰ ਕੀ ਹੋ ਸਕਦਾ ਰੱਬ ਨੂੰ ਮਿਲਣ ਦਾ? ਅਖੀਰ ਵਿੱਚ ਕਹਿ ਰਹੇ ਨੇ, ਪਤਿਤ ਪੁਨੀਤ ਕਰਤਾ ਪੁਰਖ ਨਾਨਕ ਸੁਣਾਵੋ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਮੈਂ ਹੋਰਨਾਂ ਨੂੰ ਵੀ ਦੱਸਾਂ। ਨਾਨਕ ਸੁਣਾਵੋ ਦਾ ਮਤਲਬ ਮੈਂ ਦੂਜਿਆਂ ਨੂੰ ਵੀ ਸੁਣਾਵਾਂ, ਦੱਸਾਂ। ਕੀ ਦੱਸਾਂ? ਪਤਿਤ ਪੁਨੀਤ ਕਰਤਾ ਪੁਰਖ ਜੀ, ਜੋ ਕਰਤਾ ਹੈ, ਪੁਰਖ ਦਾ ਮਤਲਬ ਜੋ ਆਪਣੀ ਕਿਰਤ ਵਿੱਚ ਸਮਾਇਆ ਹੋਇਆ ਹੈ, ਉਹ ਪਤਿਤਾਂ ਨੂੰ ਪੁਨੀਤ ਕਰਨ ਵਾਲਾ ਹੈ, ਵਿਕਾਰਾਂ ਵਿੱਚ ਡਿੱਗਿਆਂ ਨੂੰ ਬਚਾਉਣ ਵਾਲਾ ਹੈ, ਪਾਪੀਆਂ ਨੂੰ ਪੁੰਨੀ ਕਰਨ ਵਾਲਾ ਹੈ, ਧਰਮੀਆਂ ਨੂੰ ਧਰਮੀ ਬਣਾਉਣ ਵਾਲਾ ਹੈ, ਨੀਵਿਆਂ ਨੂੰ ਉੱਚਾ ਕਰਨ ਵਾਲਾ ਹੈ, ਅਵਗੁਣਾਰਿਆਂ ਨੂੰ ਗੁਣਵਾਨ ਬਣਾਉਣ ਵਾਲਾ ਹੈ, ਪਤਿਤਾਂ ਨੂੰ ਪਾਵਨ ਕਰਨ ਵਾਲਾ ਹੈ, ਢਹਿੰਦੀ ਕਲਾ ਵਾਲੇ ਨੂੰ ਚੜ੍ਹਦੀ ਕਲਾ ਵਿੱਚ ਲਿਜਾਣ ਵਾਲਾ ਹੈ ਪ੍ਰਭੂ, ਪਾਪਾਂ ਨੂੰ ਖਤਮ ਕਰਨ ਵਾਲਾ ਹੈ। ਇਹ ਗੱਲ ਮੈਂ ਲੋਕਾਂ ਨੂੰ ਵੀ ਸੁਣਾਵਾਂ, ਲੋਕਾਂ ਤੱਕ ਵੀ ਪਹੁੰਚਾਵਾਂ। ਤਾਂ ਇਹ ਫਰਜ਼ ਸਾਨੂੰ ਵੀ ਨਿਭਾਉਣੇ ਚਾਹੀਦੇ ਕਿ ਅਸੀਂ ਰੱਬੀ ਰਜ਼ਾ ਦੇ ਅੰਦਰ ਤੁਰੀਏ, ਰੱਬੀ ਰਜ਼ਾ ਦੇ ਅੰਦਰ ਅਸੀਂ ਜ਼ਿੰਦਗੀ ਗੁਜ਼ਾਰੀਏ, ਔਰ ਪ੍ਰਭੂ ਦੇ ਅੰਦਰ ਲੀਨ ਹੋ ਕੇ ਅਸੀਂ ਉਸ ਪ੍ਰਭੂ ਵਰਗੇ ਹੋ ਕੇ ਜੀ ਸਕੀਏ, ਔਰ ਇਹ ਗੱਲਾਂ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾਉਣ ਦਾ ਯਤਨ ਕਰੀਏ। ਮੈਂ ਇੱਥੇ ਖਿਮਾ ਦਾ ਜਾਚਕ ਹਾਂ ਜੀ। ਹੁਣ ਜੇ ਕਿਸੇ ਵੀਰ ਭੈਣ ਨੇ ਕੋਈ ਅੱਜ ਦੀ ਇਸ ਵਿਚਾਰ ਵਿੱਚ ਸਵਾਲ ਪੁੱਛਣਾ ਹੈ ਤਾਂ ਆਪ ਸਵਾਲ ਪੁੱਛ ਸਕਦੇ ਹੋ, ਔਰ ਜੇ ਕਿਸੇ ਨੇ ਆਪਣੇ ਵਿਊਜ਼ ਦੇਣੇ ਨੇ ਤਾਂ ਉਹ ਆਪਣੇ ਵਿਊਜ਼ ਦੇ ਸਕਦੇ ਹੋ। ਅਗਲੀ ਕਾਰਵਾਈ ਵੀਰ ਤਰਲੋਚਨ ਸਿੰਘ ਜੀ ਕਰ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ